ਜੇ ਨਵਜੋਤ ਸਿੰਘ ਸਿੱਧੂ ਨੇ ਸਾਰਾ ਕੇਸ ਜਿਹੜਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਤੇ ਬੇਅਦਬੀ ਦੇ ਜਿਹੜੇ ਮੁਲਜ਼ਮਾਂ ਦੇ ਖਿਲਾਫ ਜਿਹੜੀ ਗੱਲ ਸਾਰੀ ਚੁੱਕੀ ਹੋਈ ਸੀ, ਜਿਹੜੇ ਐਡਵੋਕੇਟ ਜਨਰਲ ਜੇ ਲਾਉਣੇ ਹੀ ਨਹੀਂ ਸਰਕਾਰ ਨੇ, ਤਾਂ ਫਿਰ ਏਪੀਐਸ ਦਿਓਲ ਹੀ ਲੱਭੇ ਸਨ। ਬੇਅਦਬੀ ਮਾਮਲਾ ਅਜੇ ਵੀ ਉਸੇ ਤਰ੍ਹਾਂ ਹੀ ਸੁਲਝ ਰਿਹਾ ਜਿਸ ਤਰ੍ਹਾਂ 2015 ਦੇ ਵਿੱਚ ਇਸ ਦੇ ਬਾਰੇ ਗੱਲਬਾਤ ਉੱਠੀ ਸੀ ਤੇ ਉਸ ਤੋਂ ਬਾਅਦ ਇਸ ਮਾਮਲੇ ਨੇ ਤੂਲ ਫੜੀ ਸੀ। ਅਕਾਲੀ ਸਰਕਾਰ ਨੂੰ ਖਾਮਿਆਜ਼ਾ ਭੁਗਤਣਾ ਪਿਆ ਤੇ ਇਹ ਸਰਕਾਰ ਸੁੱਕੀ ਨਾ ਬਚ ਕੇ ਨਿਕਲ ਜਾਵੇ, ਇਸ ਵਾਸਤੇ ਨਵਜੋਤ ਸਿੰਘ ਸਿੱਧੂ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੁਰਸੀ ਤੇ ਨਹੀਂ ਰਹਿਣਾ ਸੀ, ਫਿਰ ਐਡਵੋਕੇਟ ਜਨਰਲ ਕੀ, ਫਿਰ ਡੀਜੀਪੀ ਕੀ, ਫਿਰ ਹੋਰ ਕਿੰਨੇ ਸਕੱਤਰ ਸਨ, ਸਾਰਿਆਂ ਨੂੰ ਜਾਣਾ ਹੀ ਪੈਣਾ ਸੀ। ਨਵਜੋਤ ਸਿੰਘ ਸਿੱਧੂ ਕਿਹੜੇ ਬੰਦੇ ਦੇ ਇਸ਼ਾਰੇ ਤੇ ਕਾਂਗਰਸ ਪਾਰਟੀ ਦਾ ਬੇੜਾ ਗਰਕ ਕਰਨ ਤੇ ਲੱਗੇ ਹੋਏ ਨੇ? ਕਣਕ ਦੀ ਖਰੀਦ ਨੂੰ ਲੈ ਕੇ ਜਿਸ ਤਰ੍ਹਾਂ ਕੇਂਦਰੀ ਖਰੀਦ ਏਜੰਸੀਆਂ ਨੇ ਬਿਲਕੁਲ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦਾ ਗਲ ਘੁੱਟਣ ਦੀ ਕੋਸ਼ਿਸ਼ ਜਿਹੜੀ ਹੈ ਸਿਰੇ ਤੋਂ ਕੀਤੀ। ਮੰਗ ਪੱਤਰਾਂ ਦਾ ਤਾਂ ਇਹ ਹਾਲ ਹੈ ਸਾਡੇ ਮੁਲਕ ਦੇ ਵਿੱਚ ਕਿ ਮੰਗ ਪੱਤਰ ਦਿਓ, ਉਹ ਮੰਗ ਪੱਤਰ ਦੇਣ ਵਾਲਾ ਜੇ ਬੂਹੇ ਤੋਂ ਬਾਹਰ ਨਹੀਂ ਹੁੰਦਾ ਤੇ ਉਸ ਨੂੰ ਰੱਦੀ ਦੀ ਟੋਕਰੀ ਦੇ ਵਿੱਚ ਸੁੱਟ ਦਿੱਤਾ ਜਾਂਦਾ। ਕੇਂਦਰ ਸਰਕਾਰ ਦਾ ਨਾਦਰਸ਼ਾਹੀ ਫਰਮਾਨ ਕਿ 10 ਦਿਨ ਬਾਅਦ ਸ਼ੁਰੂ ਕਰਾਂਗੇ। ਇਹ ਕੋਈ ਗੱਲ ਹੋਈ ਭਲਾ? ਝੋਨੇ ਦੀ ਫਸਲ ਤਿਆਰ ਹੈ, ਮੰਡੀਆਂ ਵਿੱਚ ਆ ਰਹੀ ਹੈ, ਤੇ ਜਿਸ ਦਿਨ ਤੁਸੀਂ ਲੈਣੀ ਹੁੰਦੀ ਉਸ ਤੋਂ 10 ਦਿਨ ਅੱਗੇ ਪਾ ਦਿਓ ਤਾਂ ਫਿਰ ਬਣੇਗਾ ਕੀ ਸਰਕਾਰ ਦੀ ਕੋਈ ਰਾਸ਼ਨ ਵੰਡ ਸਕੀਮ ਇਸ ਤਰ੍ਹਾਂ ਦੀ ਹੈ? ਜਿਹੜੇ ਪ੍ਰਵਾਸੀ ਮਜ਼ਦੂਰ ਆਏ ਹੋਏ ਨੇ ਉਹਨਾਂ ਨੂੰ ਕੋਈ ਰਾਸ਼ਨ ਦੇਣ ਦਾ ਸਕੀਮ ਹੈ ਇਸ ਤਰ੍ਹਾਂ ਦੀ? ਰੋਜ਼ਗਾਰ ਤੇ ਤੁਸੀਂ ਦੇ ਨਹੀਂ ਸਕਦੇ। ਜਿਹੜਾ ਰੋਜ਼ਗਾਰ ਉਹ ਆਪਣੇ ਆਪ ਲੋਕ ਵਸੀਲਿਆਂ ਦੇ ਜ਼ਰੀਏ ਪੈਦਾ ਕਰ ਰਹੇ ਨੇ, ਉਹ ਵੀ ਖੋਹਣ ਦਾ ਯਤਨ ਕਰ ਰਹੇ ਹਨ। ਤਾਰ ਦੀ ਇਸ ਤਰ੍ਹਾਂ ਬੇਅਦਬੀ ਕਰਨ ਵਾਲੇ ਜਾਂ ਉਸ ਨੂੰ ਸੋਸ਼ਲ ਮੀਡੀਆ ਤੇ ਪ੍ਰਦਰਸ਼ਿਤ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕੋਈ ਕਾਰਵਾਈ ਹੋ ਸਕੇਗੀ? ਜਿਸ ਜਗ੍ਹਾ ਤੇ ਨਮਾਜ਼ ਹੋਣੀ ਸੀ ਉੱਥੇ ਹੁਣ ਵੱਡੀ ਇੱਕ ਗੋਵਰਧਨ ਪੂਜਾ ਜਿਹੜੀ ਹੈ ਉਹ ਕਰਵਾਈ ਗਈ ਹੈ। ਆਖਿਰ ਮੁਕੇਸ਼ ਅੰਬਾਨੀ ਨੂੰ ਕਿੰਨੀ ਜਾਇਦਾਦ ਚਾਹੀਦੀ, ਇਸ ਗੱਲ ਤੇ ਵੀ ਸੋਚਣਾ ਬਣਦਾ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਖਬਰਾਂ ਤੇ ਚਰਚਾ ਕਰਨ ਲਈ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ। ਬਹੁਤ ਦਿਨਾਂ ਤੋਂ ਜਦੋਂ ਤੋਂ ਏਪੀਐਸ ਦਿਓਲ ਦੀ ਨਿਯੁਕਤੀ ਹੋਈ, ਉਦੋਂ ਤੋਂ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਨਿਯੁਕਤੀ ਤੇ ਸਵਾਲ ਚੁੱਕਦੇ ਰਹੇ ਨੇ ਤੇ ਬਹੁਤ ਕੁਝ ਕਹਿੰਦੇ ਰਹੇ ਨੇ, ਤੇ ਅੱਜ ਏਪੀਐਸ ਦਿਓਲ ਨੇ ਵੀ ਨਵਜੋਤ ਸਿੰਘ ਸਿੱਧੂ ਤੇ ਵਾਰ ਕਰ ਦਿੱਤਾ ਹੈ ਤੇ ਬਹੁਤ ਕੁਝ ਕਿਹਾ ਹੈ। ਕੀ ਕੁਝ ਕਿਹਾ ਹੈ ਉਹਨਾਂ ਨੇ, ਆਪਣੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਵਿਸਥਾਰ ਨਾਲ ਜਾਣਾਂਗੇ। ਉਧਰ ਨਵਜੋਤ ਸਿੰਘ ਸਿੱਧੂ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਏ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਝੋਨੇ ਦੀ ਖਰੀਦ ਬਾਰੇ ਸਰਕਾਰ ਵੱਲੋਂ ਇੱਕ ਹੋਰ ਫੈਸਲਾ ਸੁਣਾ ਦਿੱਤਾ ਗਿਆ ਹੈ। ਇਹਨਾਂ ਦੇ ਕੁਝ ਹੋਰ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਰ। ਸਭ ਤੋਂ ਪਹਿਲਾਂ ਗੱਲ ਕਰ ਲਈਏ ਏਜੀ ਏਪੀਐਸ ਦਿਓਲ ਦੀ। ਹਾਲਾਂਕਿ ਉਹਨਾਂ ਦੇ ਅਸਤੀਫਾ ਉਹਨਾਂ ਦਾ ਜਨਤਕ ਹੋਣ ਤੋਂ ਬਾਅਦ ਸਭ ਨੂੰ ਪਤਾ ਚੱਲ ਚੁੱਕਾ ਹੈ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ, ਪਰ ਉਸ ਅਸਤੀਫੇ ਨੂੰ ਦੇਣ ਤੋਂ ਬਾਅਦ ਅੱਜ ਉਹਨਾਂ ਨੇ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਤੇ ਹਮਲਾ ਬੋਲਿਆ ਹੈ। ਹਾਲਾਂਕਿ ਉਹ ਹਰ ਵਾਰ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਸਵਾਲ ਜਿਹੜੇ ਉਹ ਉਠਾਉਂਦੇ ਸੀ ਉਹਨਾਂ ਨੂੰ ਉਹ ਸੁਣਦੇ ਰਹੇ ਨੇ ਤੇ ਅੱਗੋਂ ਕਦੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਪਰ ਅਸਤੀਫਾ ਦੇਣ ਤੋਂ ਬਾਅਦ ਅੱਜ ਲੱਗਦਾ ਹੈ ਕਿ ਉਹ ਆਪਣੇ ਐਕਸ਼ਨ ਮੋਡ ਵਿੱਚ ਆਏ ਤੇ ਉਹਨਾਂ ਨੇ ਅੱਜ ਪਹਿਲੀ ਵਾਰੀ ਨਵਜੋਤ ਸਿੰਘ ਸਿੱਧੂ ਤੇ ਹਮਲਾ ਕੀਤਾ। ਕੀ ਕੁਝ ਕਿਹਾ ਨਵਜੋਤ ਏਪੀਐਸ ਦਿਓਲ ਨੇ? ਦੇਖੋ, ਗੱਲ ਇਹ ਹੈ ਜੀ ਕਿ ਉਹਨਾਂ ਨੇ ਆਖਿਆ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਔਰ ਆਖਿਆ ਵੀ ਇਸ ਤਰ੍ਹਾਂ ਹੈ ਜੀ ਕਿ ਕਿਸੇ ਨੂੰ ਬਿਲਕੁਲ ਵੀ ਇਸ ਤਰ੍ਹਾਂ ਨਾ ਲੱਗੇ ਤੇ ਨਾ ਮੈਂ ਬਾਅਦ ਵਿੱਚ ਕਹਿਣਾ ਹੈ ਕਿ ਮੈਂ ਗੱਲ ਤੇ ਹੋਰ ਤਰੀਕੇ ਨਾਲ ਆਖੀ ਸੀ ਪਰ ਇਸ ਦਾ ਮਤਲਬ ਹੋਰ ਸਮਝ ਲਿਆ ਗਿਆ। ਬਿਲਕੁਲ, ਜਦੋਂ ਇਸ ਤਰ੍ਹਾਂ ਦੀ ਗੱਲ ਕਰਨੀ ਹੋਵੇ ਤੇ ਆਮ ਤੌਰ ਤੇ ਸਾਡੇ ਰਾਜਨੀਤੀਵਾਨ ਜਾਂ ਹੋਰ ਜਿਸ ਨੇ ਵੀ ਜਿਹੜਾ ਵੀ ਇਸ ਗੱਲ ਦੇ ਵਿੱਚ ਸ਼ਾਮਲ ਹੋਵੇ, ਉਸਨੇ ਕਿਸੇ ਨੂੰ ਬਾਈਟ ਦੇਣੀ ਹੋਵੇ, ਕਿਸੇ ਨੂੰ ਕਿਸੇ ਦੇ ਪੱਤਰਕਾਰਾਂ ਨੂੰ ਜਵਾਬ ਦੇਣਾ ਹੋਵੇ, ਉੱਥੇ ਕਹਿ ਦਿੰਦੇ ਨੇ ਕਿ ਦੇਖੋ ਮੈਂ ਤੇ ਆਹ ਗੱਲ ਆਖੀ ਸੀ, ਇਸ ਤਰ੍ਹਾਂ ਆਖੀ ਸੀ, ਮੇਰਾ ਪੂਰਾ ਬਿਆਨ ਨਹੀਂ ਸੁਣਾਇਆ। ਪਰ ਏਪੀਐਸ ਦਿਓਲ ਨੇ ਬਿਲਕੁਲ ਲਿਖਤੀ ਸਟੇਟਮੈਂਟ ਜਾਰੀ ਕੀਤੀ ਹੈ ਜਿਸ ਦੇ ਥੱਲੇ ਉਹਨਾਂ ਨੇ ਹਸਤਾਖਰ ਕੀਤੇ ਨੇ, ਸਾਈਨ ਕੀਤੇ ਹੋਏ ਨੇ ਜੀ। ਉਹਨਾਂ ਨੇ ਜੋ ਲਿਖਿਆ ਉਹ ਇੰਟਰਸਟਿੰਗ ਆ ਜੀ। ਉਹਨਾਂ ਨੇ ਇੱਕ ਤੇ ਗੱਲ ਹੈ ਕਿ ਉਹਨਾਂ ਨੇ ਆਪਣੇ ਅਸਤੀਫੇ ਦਾ ਇਸ ਵਿੱਚ ਜ਼ਿਕਰ ਨਹੀਂ ਕੀਤਾ, ਪਰ ਅਸਤੀਫਾ ਉਹਨਾਂ ਦਾ ਜਗਜ਼ਾਰ ਹੋ ਚੁੱਕਾ ਹੈ। ਹੁਣ ਇਹ ਅਸਤੀਫਾ ਵੀ ਹੋਰ ਕਈ ਅਸਤੀਫਿਆਂ ਵਾਂਗ ਭੰਬਲ ਭੂਸਾ ਹੀ ਪੈਦਾ ਕਰ ਰਿਹਾ ਜੀ। ਨਵਜੋਤ ਸਿੰਘ ਸਿੱਧੂ ਨੇ ਅਜੇ ਕੱਲ ਸਪਸ਼ਟ ਕੀਤਾ ਹੈ ਕਿ ਭਾਈ ਮੈਂ ਅਸਤੀਫਾ ਵਾਪਸ ਆਪਣਾ ਲੈ ਲਿਆ। ਹਾਈ ਕਮਾਨ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਵਾਪਸ ਲੈ ਲਿਆ, ਪਰ ਮੈਂ ਅਹੁਦੇ ਤੇ ਉਦੋਂ ਵਾਪਸ ਜਾਵਾਂਗਾ ਜਦੋਂ ਤੱਕ ਏਜੀ ਨੂੰ ਨਹੀਂ ਬਦਲਤਾ ਜਾਂਦਾ, ਨਵੇਂ ਏਜੀ ਦੀ ਨਿਯੁਕਤੀ ਨਹੀਂ ਹੋ ਜਾਂਦੀ ਜੀ। ਇਹ ਵੀ ਨਾਲ ਕਿਹਾ ਕਿ ਇਹ ਜਿਹੜੇ ਨੇ ਐਡਵੋਕੇਟ ਜਨਰਲ
ਇਹ ਸੁਮੇਧ ਸੈਣੀ ਦੇ ਵਕੀਲ ਰਹਿ ਚੁੱਕੇ ਨੇ ਬਹਿਬਲ ਕਲਾਂ ਗੋਲੀकांड ਤੇ ਕੋਟਕਪੂਰਾ ਗੋਲੀकांड ਦੇ ਵਿੱਚ ਜੀ। ਤੇ ਇਸ ਕਰਕੇ ਉਹਨਾਂ ਨੂੰ ਬਲੈਂਕਟ ਬੇਲ ਦਿਵਾਉਣ ਵਾਲੇ ਇਹੋ ਨੇ ਤੇ ਇਹ ਸਰਕਾਰ ਦਾ ਪੱਖ ਕਿਵੇਂ ਹੁਣ ਪੂਰ ਸਕਦੇ ਨੇ। ਤਕਨੀਕੀ ਗੱਲਾਂ ਵੀ ਨੇ ਇਸ ਵਿੱਚ ਜੀ। ਪਰ ਜੇ ਨਵਜੋਤ ਸਿੰਘ ਸਿੱਧੂ ਨੇ ਸਾਰਾ ਕੇਸ ਜਿਹੜਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਤੇ ਬੇਅਦਬੀ ਦੇ ਜਿਹੜੇ ਮੁਲਜ਼ਮਾਂ ਦੇ ਖਿਲਾਫ ਜਿਹੜੀ ਗੱਲ ਸਾਰੀ ਚੁੱਕੀ ਹੋਈ ਸੀ, ਜੇ ਗੱਲ ਵਾਕਈ ਇਹੋ ਤਾਂ ਫਿਰ ਜਿਹੜੇ ਐਡਵੋਕੇਟ ਜਨਰਲ ਜੇ ਲਾਉਣੇ ਨਹੀਂ ਸਰਕਾਰ ਨੇ ਤਾਂ ਫਿਰ ਏਪੀਐਸ ਦਿਓਲ ਹੀ ਲੱਭੇ ਸਨ। ਬਿਲਕੁਲ ਏਪੀਐਸ ਦਿਓਲ ਉਹਨਾਂ ਨੂੰ ਹੋਰ ਕੋਈ ਅਹੁਦਾ ਵੀ ਮਿਲ ਸਕਦਾ ਹੈ, ਉਹਨਾਂ ਨੂੰ ਬਾਅਦ ਵਿੱਚ ਵੀ ਲਾਇਆ ਜਾ ਸਕਦਾ, ਪਰ ਇਸ ਵੇਲੇ 3 ਮੁੱਖ ਕੇਸ ਜਿਹੜੇ ਨੇ ਉਸ ਵਿੱਚ ਸਰਕਾਰ ਨੂੰ ਇੱਕ ਅਜਿਹੇ ਐਡਵੋਕੇਟ ਜਨਰਲ ਦੀ ਲੋੜ ਹੈ ਜਿਹੜਾ ਇਹਨਾਂ ਕੇਸਾਂ ਦੀ ਤੇਜ਼ੀ ਨਾਲ ਪੈਰਵਾਈ ਕਰਵਾ ਸਕੇ। ਉਹ ਹੋ ਨਹੀਂ ਸੀ ਰਹੀ ਤੇ ਸਰਕਾਰ ਨੂੰ ਜਵਾਬ ਦੇਣੇ ਪੈ ਰਹੇ ਸੀ। ਜਵਾਬ ਵੀ ਕਿਹਦੇ? ਆਪਣਿਆਂ ਦੇ, ਨਵਜੋਤ ਸਿੰਘ ਸਿੱਧੂ ਦੇ ਤੇ ਉਹਨਾਂ ਦੇ ਸਾਥੀਆਂ ਦੇ। ਖੈਰ ਉਹ ਜਿਹੜੀ ਸੀ ਨਵਜੋਤ ਸਿੰਘ ਸਿੱਧੂ ਨੇ ਆਪਣਾ ਝੰਡਾ ਨਹੀਂ ਛੱਡਿਆ ਤੇ ਉਹ ਕਾਮਯਾਬ ਹੋ ਗਏ ਜਾਪਦੇ ਨੇ। ਉਹ ਇਸ ਕਰਕੇ ਕਿਉਂਕਿ ਏਪੀਐਸ ਦਿਓਲ ਨੇ ਉਨੀ ਦੇਰ ਤੱਕ ਬੋਲਣਾ ਨਹੀਂ ਸੀ ਜਿੰਨੀ ਦੇਰ ਤੱਕ ਉਸ ਆਪਣੇ ਸੰਵਿਧਾਨਕ ਅਹੁਦੇ ਤੇ ਬਣੇ ਹੋਏ ਸਨ। ਹੁਣ ਉਹ ਤਕਰੀਬਨ ਰਿਜ਼ਾਈਨ ਉਹਨਾਂ ਨੇ ਦੇ ਦਿੱਤਾ ਹੈ ਤੇ ਫਾਰਗ ਹੋਣ ਵਾਲੇ ਨੇ ਤੇ ਉਹਨਾਂ ਨੇ ਇਹ ਮੋਰਚਾ ਸਿੱਧੂ ਦੇ ਖਿਲਾਫ ਖੋਲ੍ਹਿਆ। ਜਿਹੜੀਆਂ ਗੱਲਾਂ ਲਿਖੀਆਂ ਨੇ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਭਰਮ ਫੈਲਾ ਰਹੇ ਨੇ, ਅਜਿਹਾ ਕੁਝ ਵੀ ਨਹੀਂ ਜਿਸ ਤਰ੍ਹਾਂ ਦੀਆਂ ਉਹ ਗੱਲਾਂ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਕੋਸ਼ਿਸ਼ਾਂ ਜਾਰੀ ਹਨ ਬੇਅਦਬੀ ਕਾਂਡ ਤੇ ਨਸ਼ਿਆਂ ਦੇ ਕੇਸਾਂ ਦੇ ਵਿੱਚ। ਹੁਣ ਇੱਥੇ ਹਰਪ੍ਰੀਤ ਜੀ ਤੁਸੀਂ ਸੋਚੋ, ਉਹਨਾਂ ਨੇ ਬੇਅਦਬੀ ਕਾਂਡ ਦੀ ਵੀ ਗੱਲ ਕੀਤੀ ਹੈ, ਨਸ਼ਿਆਂ ਦੀ ਵੀ ਗੱਲ ਕੀਤੀ ਹੈ, ਪਰ ਗੋਲੀकांड ਦੀ ਗੱਲ ਨਹੀਂ ਕੀਤੀ। ਜਿਸ ਕੇਸ ਦੇ ਵਿੱਚ ਸੁਮੇਧ ਸੈਣੀ ਫਸੇ ਹੋਏ ਨੇ ਤੇ ਹੋਰ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਫਸੇ ਹੋਏ ਨੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਣਪਛਾਤੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕੇਸ ਦਰਜ ਹੋਇਆ ਸੀ। ਬਿਲਕੁਲ, ਕਦੀ ਇਸ ਤਰ੍ਹਾਂ ਵੀ ਸੁਣਿਆ ਸੀ ਪਹਿਲਾਂ? ਬਿਲਕੁਲ। ਇਹ ਲੰਬੀ ਚੌੜੀ ਕਹਾਣੀ ਹੈ। ਬੇਅਦਬੀ ਮਾਮਲਾ ਅਜੇ ਵੀ ਉਸੇ ਤਰ੍ਹਾਂ ਸੁਲਝ ਰਿਹਾ ਜਿਸ ਤਰ੍ਹਾਂ 2015 ਦੇ ਵਿੱਚ ਇਸ ਦੇ ਬਾਰੇ ਗੱਲਬਾਤ ਉੱਠੀ ਸੀ ਤੇ ਉਸ ਤੋਂ ਬਾਅਦ ਇਸ ਮਾਮਲੇ ਨੇ ਤੂਲ ਫੜੀ ਸੀ। ਅਕਾਲੀ ਸਰਕਾਰ ਨੂੰ ਖਾਮਿਆਜ਼ਾ ਭੁਗਤਣਾ ਪਿਆ ਤੇ ਇਹ ਸਰਕਾਰ ਸੁੱਕੀ ਨਾ ਬਚ ਕੇ ਨਿਕਲ ਜਾਵੇ, ਇਸ ਵਾਸਤੇ ਨਵਜੋਤ ਸਿੰਘ ਸਿੱਧੂ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਪਹਿਲੇ ਪੜਾਅ ਦੇ ਵਿੱਚ ਉਹ ਕਾਮਯਾਬ ਹੋਏ। ਇੱਕ ਤੀਰ ਦੇ ਨਾਲ ਉਹਨਾਂ ਨੇ ਕਈ ਨਿਸ਼ਾਨੇ ਕਰ ਲਏ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਸਿੱਧਾ ਹੱਥ ਜਾ ਪਾਇਆ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੁਰਸੀ ਤੇ ਨਹੀਂ ਰਹਿਣਾ ਸੀ, ਫਿਰ ਐਡਵੋਕੇਟ ਜਨਰਲ ਕੀ, ਫਿਰ ਡੀਜੀਪੀ ਕੀ, ਫਿਰ ਹੋਰ ਕਿੰਨੇ ਸਕੱਤਰ ਸਨ, ਸਾਰਿਆਂ ਨੂੰ ਜਾਣਾ ਹੀ ਪੈਣਾ ਸੀ। ਉਹ ਗਏ ਨੇ, ਉਹਨਾਂ ਨਾਲ ਗੱਲ ਕਰਨ ਦੀ ਲੋੜ ਨਹੀਂ ਪਈ। ਪਰ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਤੇ ਬਦਲਾ ਲਏ ਨਵਜੋਤ ਸਿੰਘ ਸਿੱਧੂ ਨੇ ਤੇ ਐਡਵੋਕੇਟ ਜਨਰਲ ਫੇਰ ਉਹਨਾਂ ਦੀ ਮਰਜ਼ੀ ਦੇ ਨਾਲ ਲੱਗੇ। ਬੇਅਦਬੀ ਕਾਂਡ ਨੂੰ ਮੁੱਖ ਰੱਖ ਕੇ ਹੀ ਨਵਜੋਤ ਸਿੰਘ ਸਿੱਧੂ ਚੋਣਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਤੇ ਉਸੇ ਲੜੀ ਦੇ ਵਿੱਚ ਐਡਵੋਕੇਟ ਜਨਰਲ ਹੀ ਉਹਨਾਂ ਦੇ ਰਸਤੇ ਦਾ ਰੋੜਾ ਸਨ। ਹੁਣ ਇਹ ਵਕੀਲ ਹੈ ਜਿਨ੍ਹਾਂ ਨੇ ਜ਼ਮਾਨਤ ਦਵਾਈ ਸੀ ਬਲੈਂਕਟ ਬੇਲ ਸੁਮੇਧ ਸੈਣੀ ਨੂੰ। ਇਸ ਮਾਮਲੇ ਦੇ ਵਿੱਚ ਏਪੀਐਸ ਦਿਓਲ ਕੋਈ ਠੋਸ ਜਵਾਬ ਨਹੀਂ ਦੇ ਸਕੇ। ਸਿੱਧੂ ਤੇ ਹਮਲਾ ਜਿਹੜਾ ਉਹਨਾਂ ਨੇ ਕੀਤਾ ਉਸ ਦੇ ਬਾਰੇ ਇੱਕ ਦੋ ਹੋਰ ਇੰਟਰਸਟਿੰਗ ਗੱਲਾਂ ਵੀ ਨੇ। ਇੱਕ ਤੇ ਉਹ ਕਹਿੰਦੇ ਨੇ ਕਿ ਕਿਸੇ ਦੇ ਵੈਸਟਡ ਇੰਟਰਸਟ, ਕਿਸੇ ਦੀ ਸ਼ਹਿ ਤੇ ਭਾਵ ਕਿਸੇ ਹੋਰ ਵਿਅਕਤੀ ਦੇ ਇਸ਼ਾਰੇ ਤੇ ਕਾਂਗਰਸ ਨੂੰ ਆਉਂਦੀਆਂ ਚੋਣਾਂ ਦੇ ਵਿੱਚ ਇਹ ਉਸ ਨੂੰ ਥੱਲੇ ਲਾਉਣ ਦੇ ਯਤਨ ਹੋ ਰਹੇ ਨੇ, ਅੰਦਰ ਖਾਤੇ ਪਾਰਟੀ ਨੂੰ ਖੋਰਾ ਲਾਉਣ ਦਾ ਯਤਨ ਕੀਤਾ ਜਾ ਰਿਹਾ। ਹੁਣ ਵਕੀਲ ਸਾਹਿਬ ਐਡਵੋਕੇਟ ਜਨਰਲ ਇੰਨੇ ਵੱਡੇ ਅਹੁਦੇ ਤੇ ਨੇ, ਸੀਨੀਅਰ ਵਕੀਲ ਹੋਣਗੇ ਉਹ, ਪਰ ਉਹਨਾਂ ਨੇ ਜਿਹੜੀ ਇਹ ਗੱਲ ਕੀਤੀ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਬਗੈਰ ਸਬੂਤਾਂ ਤੋਂ ਰਾਜਨੀਤਿਕ ਬਿਆਨ ਤੇ ਦੇਣਾ ਉਹਨਾਂ ਦਾ ਫਰਜ਼ ਨਹੀਂ, ਉਹਨਾਂ ਦਾ ਤੇ ਸੰਵਿਧਾਨਿਕ ਅਹੁਦਾ ਹੈ। ਉਹਨਾਂ ਦਾ ਇਹ ਫਰਜ਼ ਨਹੀਂ ਸੀ ਕਿ ਉਹ ਇਸ ਤਰ੍ਹਾਂ ਦੀ ਗੱਲ ਕਰਦੇ, ਜਾਂ ਤਾਂ ਸਬੂਤ ਦੇਣ ਕਿ ਨਵਜੋਤ ਸਿੰਘ ਸਿੱਧੂ ਕਿਹੜੇ ਬੰਦੇ ਦੇ ਇਸ਼ਾਰੇ ਤੇ ਕਾਂਗਰਸ ਪਾਰਟੀ ਦਾ ਬੇੜਾ ਗਰਕ ਕਰਨ ਤੇ ਲੱਗੇ ਹੋਏ ਨੇ। ਤੇ ਉਹਨਾਂ ਨੇ ਵੈਸੇ ਹੀ ਇੱਕ ਜੇ ਰੌਲਾ ਜਿਹਾ ਪਾ ਦਿੱਤਾ, ਬਿਆਨ ਦਾਗ ਦਿੱਤਾ ਕਿ ਦੇਖੀ ਜਾਊਗਾ, ਜਿਹੜਾ ਆਪਣੇ ਹਿਸਾਬ ਨਾਲ ਇਸ ਦਾ ਮਤਲਬ ਸਮਝਣਾ ਚਾਹੁੰਦਾ ਸਮਝ ਲਵੇ, ਮੈਨੂੰ ਐਕਸਪਲੇਨ ਕਰਨ ਦੀ ਲੋੜ ਕੀ ਆ। ਪਰ ਐਕਸਪਲੇਨੇਸ਼ਨ ਹੁਣ ਸਾਰੇ ਆਪੋ ਆਪਣੇ ਤਰੀਕੇ ਨਾਲ ਇਸ ਦੇ ਅਰਥ ਕੱਢਣਗੇ। ਪਹਿਲਾਂ ਵੀ ਇਹ ਗੱਲ ਹੋਈ ਸੀ ਕਿ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਕਾਂਗਰਸ ਨੂੰ ਥੱਲੇ ਲਾਉਣ ਦਾ ਯਤਨ ਕਰ ਰਹੇ ਨੇ, ਪਰ ਇਹ ਗੱਲ ਕਿਤੇ ਸਾਬਤ ਤਾਂ ਨਹੀਂ ਹੋਈ ਅਜੇ ਤੱਕ। ਹੁਣ ਨਵਜੋਤ ਸਿੰਘ ਸਿੱਧੂ ਇਸ ਬਾਰੇ ਕੀ ਬੋਲਦੇ ਨੇ ਇਹ ਅਜੇ ਪ੍ਰੋਗਰਾਮ ਰਿਕਾਰਡ ਕੀਤੇ ਜਾਣ ਤੱਕ ਬਿਆਨ ਉਹਨਾਂ ਦੇ ਆਉਣੇ ਬਾਕੀ ਨੇ। ਸੰਵਿਧਾਨਿਕ ਅਹੁਦਾ ਐਡਵੋਕੇਟ ਜਨਰਲ ਦਾ ਹੈ ਤੇ ਉਸ ਤੋਂ ਏਪੀਐਸ ਦਿਓਲ ਨੇ ਲਾਂਭੇ ਹੋਣ ਤੋਂ ਪਹਿਲਾਂ ਜਿਹੜੀਆਂ 2-3 ਗੱਲਾਂ ਕੀਤੀਆਂ ਨੇ। ਨਵਜੋਤ ਸਿੰਘ ਸਿੱਧੂ ਇਸ ਦੇ ਬਾਰੇ ਆਪਣਾ ਬਿਆਨ ਦੇਣਗੇ, ਕਿਸ ਤਰ੍ਹਾਂ ਦਾ ਦੇਣਗੇ? ਜੇ ਉਹ ਚੁੱਪੇ ਰਹਿਣਾ ਸਮਝਦੇ ਨੇ ਠੀਕ ਕਿ ਨਹੀਂ ਹੁਣ ਇਹ ਤਾਂ ਗਏ ਨੇ, ਇਹਨਾਂ ਬਾਰੇ ਗੱਲ ਕੀ ਕਰਨੀ ਹੈ, ਤੇ ਫਿਰ ਜਿਹੜਾ ਮੈਨੂੰ ਲੱਗਦਾ ਕਿ ਏਪੀਐਸ ਦਿਓਲ ਨੇ ਜਿਹੜਾ ਇੰਨਾ ਲੰਬਾ ਸਮਾਂ ਕੱਢ ਲਿਆ ਇੱਥੇ, ਇੰਨੇ ਕੁ ਦਿਨ ਜਿੰਨੇ ਕੁ ਦਿਨ ਵੀ ਉਹਨਾਂ ਨੂੰ ਇਸ ਅਹੁਦੇ ਤੇ ਆਇਆ ਨੂੰ ਹੋਏ ਨੇ, ਇਹ ਖਰੀ ਬਾਵਾ ਹੁਣ ਅਗਾਂਹ ਵਾਸਤੇ ਚੈਲੰਜ ਹੋਵੇਗਾ ਪੰਜਾਬ ਸਰਕਾਰ ਲਈ, ਮੁੱਖ ਮੰਤਰੀ
ਚੰਨੀ ਲਈ, ਗ੍ਰਹਿ ਵਿਭਾਗ ਲਈ, ਸੁਖਜਿੰਦਰ ਰੰਧਾਵਾ ਲਈ ਕਿ ਕਿਹਨੂੰ ਐਡਵੋਕੇਟ ਜਨਰਲ ਲਾਉਣਾ ਜੀ ਤੇ ਕੇਸਾਂ ਦੀ ਜਲਦ ਤੋਂ ਜਲਦ ਪੈਰਵਾਈ ਕਿਵੇਂ ਹੋਣੀ ਚਾਹੀਦੀ ਹੈ। ਜੀ ਪਰ ਇਸ ਮਾਮਲੇ ਦੇ ਵਿੱਚ APS ਦਿਓਲ ਜਿਹੜੇ ਨੇ ਉਹਨਾਂ ਨੂੰ ਲਾਂਭੇ ਹੋਣ ਦਾ ਰਸਤਾ ਤਕਰੀਬਨ ਹੁਣ ਸਾਫ਼ ਹੋ ਗਿਆ। ਜੀ ਜੀ ਕੁਲਦੀਪ ਜੀ, ਨਵਜੋਤ ਸਿੰਘ ਸਿੱਧੂ ਹੈ ਜਿਹੜੇ, ਉਹ ਅੱਜ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗਏ ਨੇ। ਉੱਥੇ ਉਹ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਏ ਨੇ। ਹਾਲਾਂਕਿ ਉਹ ਕਾਫੀ ਦੇਰ ਚੁੱਪ ਰਹਿੰਦੇ ਨੇ ਤੇ ਫਿਰ ਜਦੋਂ ਆਪਣੇ ਐਕਸ਼ਨ ਮੋਡ ਦੇ ਵਿੱਚ ਆਉਂਦੇ ਨੇ ਤਾਂ ਇੱਕਦਮ ਖਟਾਕ ਅੰਦਾਜ਼ ਵਿੱਚ ਆ ਜਾਂਦੇ ਨੇ ਤੇ ਪਤਾ ਹੀ ਨਹੀਂ ਲੱਗਦਾ। ਅੱਜ ਵੀ ਉਹ ਸੁਰਖੀਆਂ ਵਿੱਚ ਨੇ, ਕੱਲ ਵੀ ਸੁਰਖੀਆਂ ਵਿੱਚ ਨੇ ਤੇ ਅੱਜ ਉਹਨਾਂ ਨੇ ਬੀਤੇ ਕੱਲ ਪ੍ਰੈਸ ਕਾਨਫਰੰਸ ਕੀਤੀ ਤੇ ਕਾਫੀ ਹੋ ਹੱਲਾ ਮਚਾਇਆ। ਅੱਜ ਉਹ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗਏ ਤੇ ਉੱਥੇ ਉਹਨਾਂ ਨੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ। ਕੀ ਕਹਿਣਾ ਚਾਹੋਗੇ? ਦੇਖੋ, ਨਵਜੋਤ ਸਿੰਘ ਸਿੱਧੂ ਪਹਿਲੀ ਵਾਰ ਨਹੀਂ ਗਏ। ਇਸ ਤੋਂ ਪਹਿਲਾਂ ਵੀ ਉਹ ਜਿਸ ਖੇਤਰ ਦੇ ਵਿੱਚ ਬੇਅਦਬੀ ਦੀਆਂ ਲੰਬੀਆਂ ਚੌੜੀਆਂ ਘਟਨਾਵਾਂ ਹੋਈਆਂ, ਇੱਕ ਜਗ੍ਹਾ ਨਹੀਂ ਹੋਈਆਂ, ਕਈ ਜਗ੍ਹਾ ਹੋਈਆਂ ਸੀ ਜੀ। ਤੁਹਾਨੂੰ ਪਤਾ ਹੈ ਕਿ 1 ਜੂਨ 2015 ਦੇ ਆਸ-ਪਾਸ, ਮੇਰਾ ਜੇ ਮੈਂ ਗਲਤ ਨਹੀਂ ਤਾਂ, ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ ਜੀ। ਤੇ ਕੁਝ ਦਿਨਾਂ ਬਾਅਦ ਜਦੋਂ ਸਿੱਖ ਸੰਗਤਾਂ ਨੇ ਇਤਰਾਜ਼ ਪ੍ਰਗਟਾਇਆ ਕਿ ਦੋਸ਼ੀਆਂ ਨੂੰ ਨਹੀਂ ਫੜਿਆ ਜਾ ਰਿਹਾ, ਲੱਭਿਆ ਨਹੀਂ ਜਾ ਰਿਹਾ, ਕੁਝ ਕਾਰਵਾਈ ਨਹੀਂ ਹੋ ਰਹੀ ਜੀ, ਤੇ ਉਸ ਕਾਰਵਾਈ ਤੋਂ ਬਾਅਦ ਜਿਹੜਾ ਸੀ ਇਸ ਮਾਮਲੇ ਨੇ ਹੋਰ ਤੂਲ ਫੜ ਲਈ। ਜਦੋਂ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਸੀ ਗਲੀਆਂ ਦੇ ਵਿੱਚ ਖਿਲਰੇ ਹੋਏ ਮਿਲੇ ਸੀ ਤੇ ਉੱਥੇ ਪੋਸਟਰ ਵੀ ਲੱਗੇ ਸੀ ਜਿਨ੍ਹਾਂ ਦੀ ਹੈਂਡ ਰਾਈਟਿੰਗ ਹੁਣ ਮੈਚ ਹੋਈ ਹੈ। ਬਿਲਕੁਲ, ਉਹਨਾਂ ਪੋਸਟਰਾਂ ਤੇ ਲਿਖਿਆ ਹੋਇਆ ਸੀ ਕਿ ਸਾਡਾ ਗੁਰੂ ਤੁਹਾਡੇ ਕਬਜ਼ੇ ਵਿੱਚ ਹੈ ਤੇ ਅਸੀਂ ਹੁਣ ਸਾਡੇ ਕੋਲ ਆ, ਜੇ ਤੁਹਾਡੇ 'ਚ ਹਿੰਮਤ ਹੈ ਤਾਂ ਛੁਡਾ ਲਓ। ਹੁਣ ਦੇਖੋ, ਸਰਕਾਰ ਨੇ ਉਸ ਵੇਲੇ ਦੀ ਨੇ ਜੋ ਅਣਗਹਿਲੀ, ਨਾਲਾਇਕੀ, ਜਿੰਨੇ ਵੀ ਲਫ਼ਜ਼ ਅਸੀਂ ਵਰਤ ਸਕਦੇ ਹਾਂ ਐਡਜੈਕਟਿਵ ਲਾ ਕੇ, ਉਹ ਵਰਤ ਲਈਏ, ਪਰ ਸਭ ਕੁਝ ਹੋਇਆ, ਸਾਰਿਆਂ ਦੇ ਸਾਹਮਣੇ ਹੋਇਆ, ਕਾਰਵਾਈ ਨਹੀਂ ਹੋਈ। ਕਾਰਵਾਈ ਇੱਥੋਂ ਤੱਕ ਕਿ ਅੱਜ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਗਏ ਨੇ, ਸਥਾਨਕ ਵਾਸੀਆਂ ਨੂੰ ਉੱਥੇ ਮਿਲੇ ਨੇ, ਟੈਨਸ਼ਨ ਵਾਲਾ ਮਾਹੌਲ ਉੱਥੇ ਰਹਿੰਦਾ ਹੈ, ਪਰ ਡੇਰਾ ਪ੍ਰੇਮੀਆਂ ਦਾ ਨਾਂ ਜਿਹੜਾ ਵੱਜਦਾ ਰਹਿੰਦਾ ਹੈ ਬੇਅਦਬੀ ਦੇ ਮਾਮਲੇ ਦੇ ਵਿੱਚ ਜੀ। ਪਿੰਡ ਵਾਲੇ ਬਹੁਤੀ ਗੱਲ ਨਹੀਂ ਕਰਦੇ, ਪਰ ਇੱਕ ਗੱਲ ਨਵਜੋਤ ਸਿੰਘ ਸਿੱਧੂ ਦੀ ਫੇਰੀ ਦੇ ਮੌਕੇ ਵੀ ਉੱਥੇ ਦੇ ਗ੍ਰੰਥੀ ਸਾਹਿਬਾਨ ਨੇ ਜਿਹੜੀ ਕੀਤੀ ਹੈ ਉਹ ਵੀ ਸੁਣਨ ਵਾਲੀ ਆ। ਉਹਨਾਂ ਨੇ ਕਿਹਾ ਕਿ ਦੇਖੋ, ਜਦੋਂ ਇੱਥੇ ਬੇਅਦਬੀ ਕਾਂਡ ਹੋਇਆ ਤੇ ਪੁਲਿਸ ਨੇ ਹੋਰ ਕਿਸੇ ਵੱਲ ਧਿਆਨ ਕੇਂਦਰਿਤ ਕਰਨ ਦੀ ਬਜਾਏ ਮੌਕੇ ਤੇ ਗ੍ਰੰਥੀ ਸਿੰਘ ਨੂੰ ਹੀ ਕਾਬੂ ਕੀਤਾ ਔਰ ਉਸ ਨੂੰ ਮਾਰਿਆ ਕੁੱਟਿਆ ਗਿਆ। ਗ੍ਰੰਥੀ ਸਿੰਘ ਦੇ ਕਹਿਣ ਮੁਤਾਬਕ ਤਸ਼ੱਦਦ ਕੀਤਾ ਗਿਆ ਤੇ ਜਦੋਂ ਬਾਅਦ ਵਿੱਚ ਕੁਝ ਪਿੜ ਪੱਲੇ ਨਾ ਪਿਆ, ਕਿਉਂਕਿ ਗ੍ਰੰਥੀ ਸਾਹਿਬ ਦਾ ਕਸੂਰ ਨਹੀਂ ਸੀ, ਕਸੂਰਵਾਰ ਤੇ ਹੋਰ ਲੋਕ ਸਨ, ਕਿਉਂਕਿ ਪੋਸਟਰ ਲੱਗ ਜਾਂਦੇ ਨੇ ਥੋੜੇ ਦਿਨਾਂ ਬਾਅਦ, ਅੰਗ ਕਿਤੇੋਂ ਖਿਲਰੇ ਹੋਏ ਮਿਲਦੇ ਨੇ। ਇਹ ਵੀ ਸੱਚ ਹੈ ਕਿ ਕਈ ਗੁਰਦੁਆਰਿਆਂ ਦੇ ਵਿੱਚ ਪੁਲਿਸ ਦੇ ਕਹਿਣ ਮੁਤਾਬਕ ਅਜਿਹਾ ਹੋਇਆ ਕਿ ਮੌਕੇ ਦੇ ਹੀ ਜਿਹੜੇ ਗ੍ਰੰਥੀ ਸਾਹਿਬਾਨ ਸਨ ਉਹ ਇਹੋ ਜਿਹੀ ਘਟਨਾ ਦੇ ਵਿੱਚ ਸ਼ਾਮਲ ਪਾਏ ਗਏ, ਪਰ ਇਸ ਘਟਨਾ ਵਿੱਚ ਬਿਲਕੁਲ ਵੀ ਅਜਿਹਾ ਨਹੀਂ ਸੀ। ਗਿਣੀ ਮਿੱਥੀ ਸਾਜ਼ਿਸ਼ ਸਭ ਕੁਝ ਹੋ ਰਿਹਾ ਸੀ ਤੇ ਇਸ ਦੇ ਤਹਿਤ ਸਰਕਾਰੀ ਲਾਪਰਵਾਹੀ ਕਿੱਥੇ ਤੱਕ ਪਹੁੰਚ ਗਈ। ਉਹਨਾਂ ਨੇ ਕਿਹਾ ਕਿ ਦੇਖੋ, ਮੇਰੇ ਤੇ ਤਸ਼ੱਦਦ ਹੋਇਆ, ਪੁਲਿਸ ਨੇ ਮੇਰੇ ਨਾਲ ਅਨਿਆਂ ਕੀਤਾ ਤੇ ਇਸ ਸਰਕਾਰ ਨੇ ਅੱਜ ਤੋਂ 4 ਸਾਲ ਪਹਿਲਾਂ ਇਸ ਤਸ਼ੱਦਦ ਦੇ ਬਦਲੇ ਮੈਨੂੰ 5 ਲੱਖ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ, ਜੋ ਅੱਜ ਤੱਕ 1 ਪੈਸਾ ਵੀ ਨਹੀਂ ਦਿੱਤਾ ਗਿਆ ਜੀ। ਨਵਜੋਤ ਸਿੰਘ ਸਿੱਧੂ ਤੱਕ ਉਹ ਵੀ ਗੱਲ ਪਹੁੰਚੀ ਹੈ। ਕੀ ਹੁਣ ਉਹ ਰਾਸ਼ੀ ਉਸ ਗ੍ਰੰਥੀ ਸਾਹਿਬ ਨੂੰ ਜਾਰੀ ਹੋਵੇਗੀ? ਇਸ ਗੱਲ ਦਾ ਵੀ ਪਤਾ ਨਹੀਂ, ਪਰ ਨਵਜੋਤ ਸਿੰਘ ਸਿੱਧੂ ਨੇ ਉੱਥੇ ਪਹੁੰਚ ਕੇ ਗੱਲਾਂ ਕੀਤੀਆਂ ਨੇ ਕਿ ਦੇਖੋ, ਇਸ ਦੀ ਸਜ਼ਾ ਮਿਲਣੀ ਜ਼ਰੂਰੀ ਹੈ ਤੇ ਮਿਸਾਲੀ ਸਜ਼ਾ ਮਿਲਣੀ ਜਿਹੜੀ ਹੈ ਬਹੁਤ ਜ਼ਰੂਰੀ ਹੈ। ਇੱਕ ਪਾਸੇ ਐਡਵੋਕੇਟ ਜਨਰਲ ਦਾ ਅਸਤੀਫਾ, ਉਹਨਾਂ ਦੀ ਬਿਆਨਬਾਜ਼ੀ, ਤੇ ਉਹਨਾਂ ਨੂੰ ਪਤਾ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਲੱਗ ਗਿਆ ਕਿ ਨਵੇਂ ਐਡਵੋਕੇਟ ਜਨਰਲ ਜਿਹੜੇ ਨੇ ਆਉਣ ਵਾਲੇ ਨੇ, ਕਿਉਂਕਿ ਪੱਤਰਕਾਰਾਂ ਤੱਕ ਬਾਅਦ 'ਚ ਗੱਲਾਂ ਪਹੁੰਚਣੀਆਂ ਨੇ, ਸਭ ਕੁਝ ਅੰਦਰ ਖਾਤੇ ਪਹਿਲਾਂ ਹੋ ਜਾਂਦਾ ਹੈ। ਬਿਲਕੁਲ, ਜੇ ਉਸ ਗੱਲ ਤੱਕ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਏ ਰੱਖਣਾ ਹੈ PPCC ਦਾ, ਤੇ ਉਹਨਾਂ ਨੇ ਜਿਹੜੀ ਅਲਟੀਮੇਟਮ ਦਿੱਤਾ ਹੋਇਆ ਕਿ ਮੈਂ ਅਹੁਦਾ ਉਦੋਂ ਸਾਂਭਾਂਗਾ ਜਦੋਂ ਨਵਾਂ AG ਜਿਹੜਾ ਹੈ ਉਹ ਲਾ ਦੇਵੋਗੇ। ਸੋ ਅੱਜ ਉਹਨਾਂ ਦਾ ਬੁਰਜ ਜਵਾਹਰ ਸਿੰਘ ਵਾਲੇ ਵਿੱਚ ਜਾਣਾ, ਬੇਅਦਬੀ ਕਾਂਡ ਦੇ ਦੋਸ਼ੀਆਂ ਲਈ ਸਜ਼ਾ ਦੀ ਮੰਗ ਕਰਨਾ ਔਰ ਹੱਕ ਦੇ ਵਿੱਚ ਆਵਾਜ਼ ਉਠਾਉਣੀ, ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣਾ, ਅਰਦਾਸ ਕਰਵਾਉਣੀ, ਸਾਰੀਆਂ ਗੱਲਾਂ ਜਿਹੜੀਆਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਬੇਅਦਬੀ ਕਾਂਡ ਨੂੰ ਲੈ ਕੇ ਕਾਫੀ ਸੀਰੀਅਸ ਨੇ ਔਰ ਇਸ ਮਾਮਲੇ ਨੂੰ ਉਹ ਲੰਬੀ ਦੂਰ ਤੱਕ ਖਿੱਚ ਕੇ ਲੈ ਕੇ ਜਾਣਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਜਿਹੜੇ ਪਾਪ ਦੇ ਘੜੇ ਜਿਹੜੇ ਨੇ ਉਹ ਸਰਕਾਰ ਨੇ ਭਰੇ ਨੇ, ਮੈਂ ਉਸ ਵਿੱਚ ਸ਼ਾਮਲ ਨਹੀਂ। ਜਿੰਨੇ ਉਹਨਾਂ ਨੇ ਮਾੜੇ ਕੰਮ ਕੀਤੇ ਨੇ, ਮੈਂ ਉਸ ਵਿੱਚ ਪਹਿਲਾਂ ਵੀ ਸ਼ਾਮਲ ਨਹੀਂ ਸੀ ਤੇ ਅੱਜ ਵੀ ਸ਼ਾਮਲ ਨਹੀਂ ਹੋਵਾਂਗਾ। ਨਵਜੋਤ ਸਿੰਘ ਸਿੱਧੂ ਦਾ ਪੈਂਤੜਾ ਬਿਲਕੁਲ ਕਲੀਅਰ ਹੈ ਜੀ। ਕੁਲਦੀਪ ਜੀ, ਨਵਜੋਤ ਸਿੰਘ ਸਿੱਧੂ ਨੇ ਤਾਂ ਇਹ ਕਹਿ ਕੇ ਮੈਂ ਇਸ ਵਿੱਚ ਸ਼ਾਮਿਲ ਨਹੀਂ ਹਾਂ, ਆਪਣਾ ਪੱਲਾ ਝਾੜ ਲਿਆ ਏ, ਪਰ ਜਿਹੜੀਆਂ ਸਰਕਾਰਾਂ ਉਹ ਹਮੇਸ਼ਾ ਸਵਾਲਾਂ ਦੇ ਘੇਰੇ ਵਿੱਚ ਰਹਿੰਦੀਆਂ ਨੇ। ਹੁਣ ਝੋਨੇ ਦੀ ਖਰੀਦ ਨੂੰ ਲੈ ਕੇ ਸਰਕਾਰ ਵੱਲੋਂ ਇੱਕ ਨਵਾਂ ਹੁਕਮ ਹੋਇਆ ਹੈ ਤੇ ਇਸ ਬਾਰੇ ਅਸੀਂ ਜਾਣਾਂਗੇ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੋ ਕੁਲਦੀਪ ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਝੋਨੇ ਦੀ ਖਰੀਦ ਬਾਰੇ। ਝੋਨੇ ਵਿਚਾਰੇ ਨੂੰ ਤਾਂ ਇਸ ਵਾਰੀ ਪਤਾ ਨਹੀਂ ਕੀ ਹੋ ਗਿਆ। ਪਹਿਲਾਂ ਕੇਂਦਰ ਸਰਕਾਰ ਨੇ 10 ਦਿਨ ਉਹਦੀ ਖਰੀਦ ਅੱਗੇ ਪਾ ਦਿੱਤੀ ਸੀ ਤੇ ਬੜੀ ਮੁਸ਼ਕਿਲ ਦੇ ਨਾਲ ਸਾਰਿਆਂ ਨੇ ਰੌਲਾ ਰੱਪਾ ਪਾ ਕੇ ਤੇ ਉਹ ਖਰੀਦ ਹੈ ਜਿਹੜੀ ਉਹ ਸ਼ੁਰੂ ਕਰਵਾਈ ਸੀ 4 ਤਰੀਕ ਤੋਂ। ਤੇ ਹੁਣ ਜੇ ਅਸੀਂ ਗੱਲ ਕਰੀਏ ਕਿ ਪੰਜਾਬ ਸਰਕਾਰ ਹੈ, ਇਸ ਵੱਲੋਂ ਇੱਕ ਹੋਰ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਝੋਨੇ ਦੀ ਖਰੀਦ ਨੂੰ ਲੈ ਕੇ, ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਹ ਹੈ ਜੀ ਕਿ ਜਦੋਂ ਸ਼ੁਰੂਆਤ ਹੋਈ ਸੀ ਜੀ, ਤੁਸੀਂ ਬਿਲਕੁਲ ਠੀਕ ਆਖਿਆ ਕਿ 10 ਦਿਨ ਅੱਗੇ ਪਾ ਦਿੱਤੀ ਖਰੀਦ ਜੀ, ਔਰ ਇੰਨਾ ਰੌਲਾ ਰੱਪਾ ਪਾ ਕੇ ਮਨ ਵਿੱਚ ਸਮੱਤ ਆ ਗਈ ਕੇਂਦਰ ਸਰਕਾਰ ਦੇ ਔਰ ਖਰੀਦ ਏਜੰਸੀਆਂ ਦੇ ਕਿ ਨਹੀਂ, ਇਹ ਤੇ ਕੰਮ ਗਲਤ ਹੋ ਜਾਵੇਗਾ। ਬਿਲਕੁਲ ਸਰਾਸਰ ਕਿਸਾਨਾਂ ਨਾਲ ਧੱਕਾ। ਨਮੀ ਦੀ ਮਾਤਰਾ ਹਰ ਸਾਲ ਘਟਾਉਣੀ, ਕਣਕ ਦੀ ਖਰੀਦ ਨੂੰ ਲੈ ਕੇ ਜਿਸ ਤਰ੍ਹਾਂ ਕੇਂਦਰੀ ਖਰੀਦ ਏਜੰਸੀਆਂ ਨੇ, ਪੰਜਾਬ ਦੀਆਂ ਨੇ ਨਹੀਂ, ਕੇਂਦਰ ਦੀਆਂ ਨੇ, ਜੀ, ਜਿਹੜਾ ਰਵੱਈਆ ਇਸ ਵਾਰ ਅਖਤਿਆਰ ਕੀਤਾ ਸੀ ਉਹ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਬਿਲਕੁਲ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦਾ ਗਲ ਘੁੱਟਣ ਦੀ ਕੋਸ਼ਿਸ਼ ਜਿਹੜੀ ਹੈ ਸਿਰੇ ਤੋਂ ਕੀਤੀ ਗਈ। ਜੀ, ਹੁਣ ਇਸੇ ਲੜੀ ਦੇ ਤਹਿਤ ਸਰਕਾਰਾਂ ਕਿਸ ਤਰ੍ਹਾਂ ਕਿਵੇਂ ਕੰਮ ਕਰਦੀਆਂ ਨੇ, ਇਸ ਬਾਰੇ ਥੋੜ੍ਹਾ ਜਿਹਾ ਵਿਚਾਰ ਕਰਦੇ ਹਾਂ। ਜੀ, ਪੰਜਾਬ ਸਰਕਾਰ ਜਿਹੜੀ ਹੈ ਉਹ ਇਸ ਵੇਲੇ ਵੱਖਰੀ ਸਥਿਤੀ ਦੇ ਵਿੱਚ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨੇ ਕਈ, ਜਿਹਨਾਂ ਵਿੱਚੋਂ ਇੱਕ ਤਾਂ ਆਪ ਜੀ ਨੂੰ ਪਤਾ ਹੈ ਕਿ ਗੰਨੇ ਦਾ ਸਮਰਥਨ ਮੁੱਲ ਹੈ ਉਸ ਦੇ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ। ਉਹ ਵੀ 4 ਦਿਨ ਜਦੋਂ ਧਰਨਾ ਲੱਗਾ ਰਿਹਾ ਤੇ ਫਿਰ ਮੰਗਾਂ ਮੰਨੀਆਂ ਗਈਆਂ। ਮੈਂ ਉਸ ਤੋਂ ਪਹਿਲਾਂ ਦੱਸ ਦੇਵਾਂ ਕਿ ਗੰਨੇ ਦੇ ਕਾਸ਼ਤਕਾਰਾਂ ਵੱਲੋਂ ਹਰ ਸਾਲ ਪਿਛਲੇ 5 ਸਾਲਾਂ ਤੋਂ ਕਿਸਾਨਾਂ ਵੱਲੋਂ, ਜਥੇਬੰਦੀਆਂ ਵੱਲੋਂ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਡੀਸੀ ਦਫ਼ਤਰਾਂ ਵਿੱਚ, ਕੇਨ ਕਮਿਸ਼ਨਰ ਨੂੰ, ਜਿਹੜੇ ਮੰਤਰੀ ਸਾਹਿਬਾਨ ਨੇ, ਸਾਰਿਆਂ ਨੂੰ ਮਿਲ ਕੇ ਮੰਗ ਪੱਤਰ ਦਿੱਤੇ ਹੋਏ ਸਨ। ਮੰਗ ਪੱਤਰਾਂ ਦਾ ਤਾਂ ਇਹ ਹਾਲ ਹੈ ਸਾਡੇ ਮੁਲਕ ਦੇ ਵਿੱਚ ਕਿ ਮੰਗ ਪੱਤਰ ਦਿਓ ਤੇ ਉਹ ਮੰਗ ਪੱਤਰ ਦੇਣ ਵਾਲਾ ਜੇ ਬੂਹੇ ਤੋਂ ਬਾਹਰ ਨਹੀਂ ਹੁੰਦਾ ਤੇ ਉਸ ਨੂੰ ਰੱਦੀ ਦੀ ਟੋਕਰੀ ਦੇ ਵਿੱਚ ਸੁੱਟ ਦਿੱਤਾ ਜਾਂਦਾ। ਬਿਲਕੁਲ, ਅਖਬਾਰ 'ਚ ਫੋਟੋਆਂ ਲੱਗੀਆਂ, ਮੰਗ ਪੱਤਰ ਦੇ ਦਿੱਤਾ ਜੀ। ਮੰਗ ਪੱਤਰ ਤੇ ਕਾਰਵਾਈ ਹੋਣੋਂ ਹਟ ਗਈ ਹੈ। ਪੰਜਾਬ ਦੇ ਵਿੱਚ ਕਾਫੀ ਸਮਾਂ ਪਹਿਲਾਂ ਇੱਕ ਪਟੀਸ਼ਨ ਪਾਈ ਸੀ ਅਦਾਲਤ ਦੇ ਵਿੱਚ। ਇੱਕ ਪਟੀਸ਼ਨ ਕਰਤਾ ਨੇ ਆਖਿਆ ਸੀ ਕਿ ਮੰਗਾਂ ਲਈ ਸੜਕਾਂ ਜਾਮ ਕਰਨੀਆਂ ਸਹੀ ਨਹੀਂ, ਇਸ ਨਾਲ ਕੰਮ ਖਰਾਬ ਹੁੰਦਾ ਹੈ। ਕਿਸੇ ਨੇ ਐਮਰਜੈਂਸੀ ਜਾਣਾ ਹੁੰਦਾ ਹੈ, ਸਾਰੀ ਰੁਕਾਵਟ ਪੈਂਦੀ ਹੈ, ਲੋਕਾਂ ਦੇ ਕੰਮਕਾਜ ਰੁਕ ਜਾਂਦੇ ਨੇ, ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ, ਸਭ ਕੁਝ ਖਰਾਬ ਹੁੰਦਾ ਹੈ। ਪਰ ਸਰਕਾਰ ਇਸ ਬਾਰੇ ਗੰਭੀਰਤਾ ਨਾਲ ਸੋਚਦੀ ਕਿਉਂ ਨਹੀਂ? ਧਰਨਾ, ਇੱਕ ਗੱਲ ਸਮਝ ਲਓ, ਕਿਸਾਨ ਧਰਨਾ ਉਦੋਂ ਲਾਉਂਦਾ ਹੈ ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਹੈ। ਬਿਲਕੁਲ, ਮਜਬੂਰ ਹੋ ਕੇ। ਹੋਰ ਵੀ ਧਰਨੇ ਪੰਜਾਬ 'ਚ ਲੱਗੇ ਹੋਏ ਨੇ। ਸਾਡੇ ਮੰਤਰੀ ਸਾਹਿਬਾਨ ਜਿਹੜੇ ਨੇ ਦੀਵਾਲੀ ਦੇ ਮੌਕੇ ਧਰਨੇ ਤੇ ਬੈਠੇ ਲੋਕਾਂ ਕੋਲ ਜਾ ਕੇ ਦੀਵਾਲੀ ਮਨਾਉਣ ਜਾ ਰਹੇ ਨੇ। ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀ ਦੇਰ ਤੋਂ ਧਰਨੇ ਚੱਲ ਰਹੇ ਨੇ। ਕੋਈ ਬੇਰੁਜ਼ਗਾਰ ਅਧਿਆਪਕ ਹੈ, ਕੋਈ ਫਾਰਮੇਸੀ ਵਾਲਾ ਹੈ, ਕੋਈ ਖਿਡਾਰੀ ਹੈ, ਕੋਈ ਕਿਸੇ ਮਹਿਕਮੇ ਨਾਲ ਸੰਬੰਧਿਤ ਹੈ, ਹਰ ਵਰਗ ਜਿਹੜਾ ਧਰਨੇ ਤੇ ਬੈਠਾ ਹੋਇਆ। ਬਿਲਕੁਲ, ਫਾਰਮਾਸਿਸਟ ਬੈਠੇ ਹੋਏ। ਸਾਰੀਆਂ ਜਿਹੜੀਆਂ ਹੁਣ ਪੈਟਰੋਲ ਪੰਪ ਵਾਲਿਆਂ ਨੇ ਕੱਲ ਨੂੰ ਹੜਤਾਲ ਕਰਨ ਦੀ ਗੱਲ ਕੀਤੀ ਹੋਈ ਹੈ 7 ਨਵੰਬਰ ਤੋਂ। ਚਲੋ ਦੇਖੋ ਕੀ ਬਣਦਾ। ਪਰ ਅਸੀਂ ਸੰਖੇਪ ਵਿੱਚ ਗੱਲ ਨੂੰ ਸਮੇਟੀਏ ਕਿ ਇਹ ਜਿਹੜਾ ਇੱਕ ਮਸਲਾ ਸੀ ਝੋਨੇ ਦੀ ਖਰੀਦ ਦਾ, ਜੇ ਗੰਨੇ ਦਾ ਕਿਸਾਨਾਂ ਦਾ ਮੰਗ ਮੰਨੀ ਗਈ 4 ਦਿਨ ਦੇ ਧਰਨੇ ਤੋਂ ਬਾਅਦ, ਫਿਰ ਕਿਸਾਨਾਂ ਦੇ ਵੱਡੇ ਵਫਦ ਮਿਲੇ ਤਾਂ ਫਿਰ ਜਾ ਕੇ ਉਸ ਵਿੱਚ 35 ਰੁਪਏ ਸਰਕਾਰ ਨੇ ਆਪਣੇ ਵੱਲੋਂ ਦੇਣ ਦੀ ਮੰਗ ਜਿਹੜੀ ਸੀ ਮੰਨੀ ਤੇ ਗੱਲ ਨੂੰ ਕਿਸੇ ਪਾਸੇ ਲਾਇਆ। ਨਹੀਂ ਤੇ ਹੁਣ ਜਿਹੜੀ ਝੋਨੇ ਦੀ ਖਰੀਦ ਦੀ ਗੱਲ ਹੈ, ਕੇਂਦਰ ਸਰਕਾਰ ਦਾ ਅਨਾਦਰਸ਼ਾਹੀ ਫਰਮਾਨ ਕਿ 10 ਦਿਨ ਬਾਅਦ ਸ਼ੁਰੂ ਕਰਾਂਗੇ। ਇਹ ਕੋਈ ਗੱਲ ਹੋਈ ਭਲਾ? ਝੋਨੇ ਦੀ ਫਸਲ ਤਿਆਰ ਹੈ, ਮੰਡੀਆਂ ਵਿੱਚ ਆ ਰਹੀ ਹੈ, ਤੇ ਜਿਸ ਦਿਨ ਤੁਸੀਂ ਲੈਣੀ ਹੁੰਦੀ ਉਸ ਤੋਂ 10 ਦਿਨ ਅੱਗੇ ਪਾ ਦਿਓ ਤਾਂ ਫਿਰ ਬਣੇਗਾ ਕੀ? ਤੁਸੀਂ ਕਿਸਾਨਾਂ ਨੂੰ ਤਾਂ ਤੰਗ ਕਰਨਾ ਛੱਡੋ। ਇੱਕ ਮੰਡੀ ਦੇ ਵਿੱਚ, ਇੱਕ ਠੀਕ ਠਾਕ ਮੰਡੀ ਦੇ ਵਿੱਚ ਜਿਹੜੀ ਮੀਡੀਅਮ ਸਾਈਜ਼ ਹੈ, ਜਿਨ੍ਹਾਂ ਖੇਤਰਾਂ ਵਿੱਚ ਝੋਨਾ ਘੱਟ ਵੀ ਹੁੰਦਾ ਹੈ, ਉੱਥੇ ਇੱਕ ਮੰਡੀ ਦੇ ਵਿੱਚ 250, 300 ਤੋਂ ਲੈ ਕੇ 1000 ਤੱਕ ਜਿਹੜੇ ਨੇ ਬਿਹਾਰ ਦੇ ਤਾਂ ਯੂਪੀ ਦੇ ਮਜ਼ਦੂਰ ਕੰਮ ਕਰਦੇ ਨੇ। ਉਹਨਾਂ ਨੇ 10 ਦਿਨ ਬੈਠ ਕੇ ਕਿੱਥੋਂ ਖਾਣਾ? ਜਿਹੜੇ ਇੱਕ ਗਰੁੱਪ ਦੇ ਵਿੱਚ 15 ਤੋਂ 20 ਜਣੇ ਨੇ, ਉਹ ਖਰਚਾ ਕਿੱਥੋਂ ਚਲਾਉਣਗੇ? ਕੀ ਸਰਕਾਰ ਦੀ ਕੋਈ ਰਾਸ਼ਨ ਵੰਡ ਸਕੀਮ ਇਸ ਤਰ੍ਹਾਂ ਦੀ ਹੈ? ਜਿਹੜੇ ਪ੍ਰਵਾਸੀ ਮਜ਼ਦੂਰ ਆਏ ਹੋਏ ਨੇ ਉਹਨਾਂ ਨੂੰ ਕੋਈ ਰਾਸ਼ਨ ਦੇਣ ਦਾ ਸਕੀਮ ਹੈ ਇਸ ਤਰ੍ਹਾਂ ਦੀ? ਰੁਜ਼ਗਾਰ ਤੇ ਤੁਸੀਂ ਦੇ ਨਹੀਂ ਸਕਦੇ। ਜਿਹੜਾ ਰੁਜ਼ਗਾਰ ਉਹ ਆਪਣੇ ਆਪ ਲੋਕ ਵਸੀਲਿਆਂ ਦੇ ਜ਼ਰੀਏ ਪੈਦਾ ਕਰ ਰਹੇ ਨੇ, ਉਹ ਵੀ ਖੋਹਣ ਦਾ ਯਤਨ ਕਰ ਰਹੇ ਹੋ। ਖੈਰ, ਸਰਕਾਰ ਨੇ ਰੌਲੇ ਰੱਪੇ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਮਿਹਰ ਪੈ ਗਈ ਤੇ 10 ਦਿਨ ਵਾਲੀ ਖਰੀਦ ਵਾਲਾ ਹੁਕਮ ਵਾਪਸ ਲੈ ਲਿਆ ਤੇ ਖਰੀਦ ਸਮੇਂ ਸਿਰ ਚੱਲ ਪਈ। ਫੇਰ ਵੀ ਥੋੜੀ ਜਿਹੀ ਲੇਟ ਹੋਈ। ਚਲੋ, ਜੇ ਹੁਣ ਚੱਲਦੀ ਜਾ ਰਹੀ ਹੈ, ਪੰਜਾਬ ਸਰਕਾਰ ਨੂੰ ਕਾਹਲੀ ਪੈ ਗਈ ਹੈ ਮੰਡੀ ਬੋਰਡ ਨੂੰ ਕਿ ਦੇਖੋ ਝੋਨੇ ਦੀ ਆਮਦ ਛੋਟੀਆਂ ਮੰਡੀਆਂ 'ਚ ਘਟ ਗਈ ਹੈ, ਹੁਣ ਇਹਨਾਂ ਵਿੱਚੋਂ ਜਿਹੜੇ ਨੇ ਨਾ 200-250 ਖਰੀਦ ਕੇਂਦਰ ਜਿਹੜਾ ਬੰਦ ਕਰ ਦਿਓ। ਦੇਖੋ ਗੱਲ ਇਹ ਹੈ, ਇਸ ਦੇ ਨਾਲ ਪਟਿਆਲੇ ਵਿੱਚ 71, ਹੁਸ਼ਿਆਰਪੁਰ 'ਚ 45, ਜਲੰਧਰ 'ਚ 75 ਇਸ ਤਰ੍ਹਾਂ ਦੇ ਖਰੀਦ ਕੇਂਦਰ ਜਿਹੜੇ ਨੇ ਉਹ ਬੰਦ ਹੋਣ ਜਾ ਰਹੇ ਨੇ। ਰਾਤੋਂ ਰਾਤ ਜਿਹੜੇ ਨੇ 5 ਤੋਂ 10 ਨਵੰਬਰ ਤੱਕ ਇਹਨਾਂ ਨੂੰ ਫੇਡ ਆਊਟ ਕਰ ਦਿੱਤਾ ਜਾਵੇਗਾ। ਇੰਨੇ ਖਰੀਦ ਕੇਂਦਰ ਬੰਦ ਹੋ
ਜਾਣਗੇ ਤਾਜ਼ਾ ਹੁਕਮਾਂ ਮੁਤਾਬਕ। ਜੇ ਕੱਲ ਤੱਕ ਵਾਪਸ ਨਹੀਂ ਹੋ ਜਾਂਦੇ ਜਾਂ ਕਿਸਾਨ ਜਾ ਕੇ ਫਿਰ ਉੱਥੇ ਧਰਨਾ ਨਹੀਂ ਕੋਈ ਕਿਸੇ ਜਗ੍ਹਾ ਤੇ ਲਾ ਦਿੰਦੇ ਕਿ ਸਾਡੀ ਮੰਗ ਮੰਨ ਲਓ, ਇਸ ਤਰ੍ਹਾਂ ਦਾ ਫਰਮਾਨ ਜਾਰੀ ਕੀਤਾ ਗਿਆ ਹੈ। ਹੁਣ ਦੇਖੋ ਹਰਪ੍ਰੀਤ ਜੀ, ਜਿਹੜਾ ਜਦੋਂ ਕਿਸਾਨ ਜਿਹੜਾ ਹੈ ਹਰ ਕੋਲ ਇੰਨੀ ਸਮਰੱਥਾ ਨਹੀਂ ਕਿ ਦੂਰ ਸ਼ਹਿਰ ਦੀਆਂ ਮੰਡੀਆਂ ਵਿੱਚ ਲੈ ਕੇ ਜਾਵੇ। ਬਿਲਕੁਲ। ਦੂਸਰੀ ਗੱਲ, ਸ਼ਹਿਰਾਂ ਦੇ ਮੰਡੀਆਂ ਵਿੱਚ ਉਹ ਘੱਟਾ ਵੀ ਉੱਡੇਗਾ, ਉਹਨਾਂ ਉੱਥੇ ਦਬਾਅ ਵਧੇਗਾ, ਪ੍ਰਦੂਸ਼ਣ ਵਧੇਗਾ, ਉੱਥੇ ਇੰਨੀ ਜਗ੍ਹਾ ਨਹੀਂ ਹੈ, ਉਹਨੇ ਸ਼ੈੱਡ ਨਹੀਂ ਹੁੰਦੇ, ਉੱਥੇ ਉਨੀ ਲੇਬਰ ਨਹੀਂ ਹੁੰਦੀ ਜਿਹੜੀਆਂ ਹੁਣ ਇੱਕ ਮੰਡੀ ਦੇ ਵਿੱਚ ਕਿਸਾਨ ਦਾ ਜਿਹੜਾ ਹੈ ਇੱਕ ਆੜ੍ਹਤੀਏ ਦੇ ਨਾਲ, ਇੱਕ ਖਾਸ ਆੜ੍ਹਤੀਏ ਦੇ ਨਾਲ ਲੈਣ ਦੇਣ ਚੱਲਦਾ ਹੈ, ਉਧਾਰ ਸੁਧਾਰ ਵੀ ਫੜੇ ਹੁੰਦੇ ਨੇ, ਇੱਕ ਪਰਸਨਲ ਰਿਲੇਸ਼ਨ ਹੁੰਦਾ ਹੈ। ਉਸ ਰਿਲੇਸ਼ਨ ਦੇ ਜ਼ਰੀਏ ਫਸਲ ਵਿਕਦੀ ਹੈ, ਕਿਸਾਨ ਮੁੱਲ ਹਾਸਲ ਕਰਦਾ ਹੈ, ਕਿਸੇ ਦੇ ਫਸਲ ਜੋਖਣ ਦੇ, ਉਸਦੇ ਭਾਰ ਜੋਖਣ ਦੇ ਤਰੀਕੇ ਤੇ ਯਕੀਨ ਹੁੰਦਾ ਹੈ। ਨਵੇਂ ਥਾਂ ਜਾਣਾ ਪਏਗਾ ਹੁਣ ਕਿਸਾਨ ਨੂੰ, ਫਿਰ ਨਵੇਂ ਰਿਲੇਸ਼ਨ ਬਣਾਉਣੇ ਪੈਣਗੇ, ਕਿਸੇ ਦੇ ਅੱਗੇ ਹੱਥ ਅੜਣੇ ਪੈਣਗੇ। ਇਹ ਸਰਕਾਰ ਦੀਆਂ ਸਕੀਮਾਂ ਇਹੋ ਜਿਹੀਆਂ ਚੰਗੀਆਂ ਨਹੀਂ। 10 ਦਿਨ ਵੀ ਹੋਰ ਚੱਲਦੇ ਰਹਿਣ ਦੇ ਤੇ ਖਰੀਦ ਤੇ ਝੋਨੇ ਦੀ ਖਤਮ ਹੋਣ ਵਾਲੀ ਹੈ। ਪਰ ਥੋੜ੍ਹਾ ਜਿਹਾ ਮੌਸਮ, ਥੋੜ੍ਹੀ ਜਿਹੀ ਠੰਡ ਅਗੇਤੀ ਆ ਗਈ, ਕੁਝ ਬੇਮੌਸਮੀ 1-2 ਬਾਰਿਸ਼ਾਂ ਹੋਈਆਂ, ਜਿਸ ਕਰਕੇ ਕਟਾਈ ਲੇਟ ਹੈ। ਕਈ ਵੈਰਾਈਟੀਆਂ ਦੀ ਕਟਾਈ ਜਿਹੜੀ ਹੈ ਉਹ ਲੇਟ ਹੁੰਦੀ ਹੈ। ਸਰਕਾਰ ਨੂੰ ਇਸ ਮਸਲੇ ਤੇ ਗੌਰ ਕਰਨੀ ਚਾਹੀਦੀ। ਕਿਸਾਨ ਤੇ ਔਖੇ ਸੌਖੇ ਹੋ ਕੇ ਕੋਈ ਨਾ ਕੋਈ ਹੱਲ ਕਰਨਗੇ, ਪਰ ਸਰਕਾਰ ਨੂੰ ਇਹ ਫੈਸਲਾ ਲਏ ਤੋਂ ਬਿਨਾਂ ਜੇ ਸਰ ਸਕਦਾ ਸੀ ਤਾਂ ਬਹੁਤ ਵਧੀਆ ਗੱਲ ਸੀ। ਅਜਿਹੇ ਫੈਸਲੇ ਲੈਣ ਤੋਂ ਸਰਕਾਰਾਂ ਨੂੰ ਸੋਚਣਾ ਚਾਹੀਦਾ। ਜੀ ਲੱਗਦਾ ਜਿਵੇਂ ਕੇਂਦਰ ਦੇ ਜਿਹੜੇ 3 ਖੇਤੀ ਕਾਨੂੰਨ ਆ, ਉਹਨਾਂ ਚੋਂ ਇੱਕ ਕਾਨੂੰਨ ਇਹੋ ਜਿਹਾ ਸੀ ਜਿਹਦੇ ਚੋਂ ਕਹਿੰਦੇ ਸੀ ਕਿ ਆਪਣੀ ਫਸਲ ਜਿੱਥੇ ਵੀ ਜਾ ਕੇ ਮਰਜ਼ੀ ਵੇਚ ਲਓ, ਤੇ ਪੰਜਾਬ ਸਰਕਾਰ ਇਦਾਂ ਲੱਗਦਾ ਕਿ ਜਿਵੇਂ ਕਿਧਰੇ ਜਾ ਕੇ ਕਿਸਾਨਾਂ ਨੂੰ ਕਹਿੰਦੀ ਵੀ ਹੈ ਕਿ ਤੁਸੀਂ ਜਾ ਕੇ ਆਪਣੀ ਜਿੱਥੇ ਮਰਜ਼ੀ ਝੋਨਾ ਆਪਣਾ ਵੇਚ ਲਓ। ਰੇਟ ਤੇ ਸਰਕਾਰੀ ਏਜੰਸੀਆਂ ਦੀ ਖਰੀਦ ਕਰਨੀ ਹੈ ਹਰਪ੍ਰੀਤ ਜੀ, ਇੱਕੋ ਹੀ ਮਿਲਣਾ ਹੈ। ਨਵੇਂ ਥਾਂ ਜਾਓਗੇ ਤੁਹਾਡੀ ਖੱਜਲ ਖੁਆਰੀ ਵਧਣੀ ਹੈ। ਬਿਲਕੁਲ। ਦੇਖੋ, ਜਦੋਂ ਝੋਨੇ ਨੂੰ ਮੰਡੀ ਵਿੱਚ ਕਿਸਾਨ ਲੈ ਕੇ ਜਾਂਦਾ ਹੈ ਤਾਂ ਉਸ ਨੂੰ 2-2 3-3 ਰਾਤਾਂ ਵੀ ਕਈ ਵਾਰੀ ਝੋਨੇ ਚ ਮੰਡੀ ਚ ਗੁਜ਼ਾਰਨੀ ਪੈਂਦੀ ਹੈ। ਹੁਣ ਉਸ ਨੂੰ 15 ਕਿਲੋਮੀਟਰ ਦੂਰ ਜਾਣਾ ਪਏਗਾ ਤੇ ਫਿਰ ਕੀ ਹੋਵੇਗੀ ਉਸ ਨਾਲ? ਬਿਲਕੁਲ, ਇਹ ਗੱਲਾਂ ਚੰਗੀਆਂ ਨੇ। ਇਸ ਕਰਕੇ ਸਰਕਾਰ ਨੂੰ ਛੋਟੀ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਠੰਡ ਵੀ ਵੱਧ ਰਹੀ ਹੈ, ਸਭ ਕੁਝ ਹੈ, ਔਰ ਕਿਸਾਨ ਨੂੰ ਆਪਣੇ ਕੰਮ ਵੀ ਹੈ, ਅੰਦੋਲਨ ਤੇ ਵੀ ਜਾਣਾ ਹੈ ਦਿੱਲੀ। ਬਿਲਕੁਲ। ਜੇ ਕੁਲਦੀਪ ਜੀ, ਹੁਣ ਅਸੀਂ ਗੱਲ ਕਰ ਲਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਇੱਕ ਫੈਸਲਾ ਆਇਆ ਹੈ ਜਿਹਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਪਗੜੀ ਬਾਰੇ ਆਪਣੇ ਸੁਝਾਅ ਵੀ ਦਿੱਤੇ ਨੇ, ਵਿਚਾਰ ਵੀ ਦਿੱਤੇ ਨੇ ਤੇ ਹੁਕਮ ਵੀ ਸੁਣਾਇਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਲੱਥੀ ਹੋਈ ਪੱਗ ਤੋਂ ਬਿਨਾਂ ਕੋਈ ਵੀ ਕਿਸੇ ਦੀ ਤਸਵੀਰ ਖਿੱਚਣੀ ਤੇ ਸੋਸ਼ਲ ਮੀਡੀਆ ਤੇ ਪਾਉਣਾ ਧਾਰਮਿਕ ਚਿੰਨ੍ਹ ਦੀ ਉਲੰਘਣਾ ਹੈ। ਕੀ ਕਹਿਣਾ ਚਾਹੋਗੇ? ਇਹ ਕੋਈ ਲੜਾਈ ਝਗੜੇ ਦੀ ਇਹ ਵੀਡੀਓ ਹੈ ਜੀ। ਤਰਨਤਾਰਨ ਦੇ ਲਾਗੇ, ਤਰਨਤਾਰਨ ਦੇ ਇੱਕ ਵਿਅਕਤੀ ਤੇ ਕੇਸ ਦਰਜ ਹੈ, ਇੱਕ ਪਟੀਸ਼ਨ ਕਰਤਾ ਹੈ, ਇੱਕ ਨਾਲ ਉਸਦੇ ਹੋਰ ਹੈ ਜੀ। ਉਹਨਾਂ ਨੇ ਆਪਣੀ ਜ਼ਮਾਨਤ ਦੇ ਵਾਸਤੇ ਅਦਾਲਤ ਵਿੱਚ ਅਰਜ਼ੀ ਦਿੱਤੀ ਹੋਈ ਹੈ ਜੀ। ਇੱਕ 65 ਸਾਲਾ ਜਿਹੜਾ ਵਿਅਕਤੀ ਹੈ ਉਸ ਦੀ ਮਾਰ ਕੁਟਾਈ ਕੀਤੀ ਜਾ ਰਹੀ ਹੈ, ਉਸ ਤੇ ਸੱਟਾਂ ਲੱਗੀਆਂ ਹੋਈਆਂ ਨੇ ਤੇ ਉਸ ਦੀ ਦਸਤਾਰ ਜਿਹੜੀ ਹੈ ਉਹ ਲੱਥੀ ਹੋਈ ਹੈ। ਦਸਤਾਰ ਲੱਥੇ ਦੀ ਨਾਲੇ ਉਸ ਨੂੰ ਕੁੱਟਿਆ ਜਾ ਰਿਹਾ ਹੈ, ਨਾਲੇ ਉਸ ਦੇ ਸਿਰ ਚੋਂ ਖੂਨ ਵਗ ਰਿਹਾ ਹੈ ਤੇ ਨਾਲ ਉਸ ਦੀ ਵੀਡੀਓ ਵੀ ਬਣਾਈ ਜਾ ਰਹੀ ਹੈ ਜੀ। ਔਰ ਬਣਾ ਕੇ ਉੱਥੇ ਬਸ ਨਹੀਂ ਕੀਤੀ ਜਾਂਦੀ, ਆਮ ਲੋਕਾਂ ਤੱਕ ਫਿਰ ਜਿਹੜੀ ਬੱਲੇ ਬੱਲੇ ਕਰਵਾਉਣੀ ਹੁੰਦੀ ਨਾ, ਉਹ ਵੀ ਕਰਵਾਈ, ਸੋਸ਼ਲ ਮੀਡੀਆ ਤੇ ਪਾਈ ਗਈ ਜੀ। ਸੋਸ਼ਲ ਮੀਡੀਆ ਤੇ ਉਸ ਵੀਡੀਓ ਨੂੰ ਚਾੜ ਕੇ ਤੇ ਫਿਰ ਆਪਣੀ ਪੈਂਠ ਜਮਾਉਣ ਦੀ ਕੁਝ ਵਿਅਕਤੀਆਂ ਨੇ ਕੋਸ਼ਿਸ਼ ਕੀਤੀ ਹੈ। ਅਦਾਲਤ ਦੇ ਵਿੱਚ ਇਹ ਕੇਸ ਪਹੁੰਚਿਆ ਤੇ ਜ਼ਮਾਨਤ ਦੀ ਮੰਗ ਕੀਤੀ ਗਈ ਤੇ ਅਦਾਲਤ ਨੇ ਕਹਿੰਦਾ ਹੋਇਆ ਜ਼ਮਾਨਤ ਰੱਦ ਕਰ ਦਿੱਤੀ ਕਿ ਇਹ ਖਤਰਨਾਕ ਅਪਰਾਧ ਹੈ ਔਰ ਤੁਸੀਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਦੀ ਇੱਕ ਕਿਸਮ ਦੀ ਬੇਅਦਬੀ ਹੈ। ਇੱਕ ਸਿੱਖ ਦੀ ਜਿਹੜੀ ਦਸਤਾਰ ਲਾਉਣੀ, ਉਸ ਦੀ ਵੀਡੀਓਗ੍ਰਾਫੀ ਕਰਨੀ ਤੇ ਉਸ ਨੂੰ ਜਾਣ ਬੁੱਝ ਕੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਅਪਲੋਡ ਕਰਨਾ, ਇਹ ਆਪਣੇ ਆਪ ਦੇ ਵਿੱਚ ਬੱਜਰ ਗੁਨਾਹ ਹੈ। ਔਰ ਜ਼ਖਮੀ ਹਾਲਤ ਦੇ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਸ ਵਿਅਕਤੀ ਦੇ ਖਿਲਾਫ ਗਈਆਂ ਨੇ ਤੇ ਉਸ ਦੀ ਜਿਹੜੀ ਜ਼ਮਾਨਤ ਹੈ ਉਸ ਨੂੰ ਅਦਾਲਤ ਨੇ, ਮਾਨਯੋਗ ਹਾਈ ਕੋਰਟ ਨੇ ਰੱਦ ਕੀਤਾ ਜੀ। ਜਸਟਿਸ ਅਨੂਪ ਇੰਦਰ ਸਿੰਘ ਨੇ ਕਿਹਾ ਕਿ ਇਹ ਸਿੱਖਾਂ ਦਾ ਧਾਰਮਿਕ ਜ਼ਰੂਰੀ ਚਿੰਨ੍ਹ ਹੈ ਤੇ ਇਸ ਦੀ ਹਰ ਹਾਲਤ ਜਿਸ ਦੀ ਮਾਣ ਮਰਿਆਦਾ ਜਿਹੜੀ ਹੈ ਇਸ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਤੇ ਇਸ ਪ੍ਰਤੀ ਜੇ ਕੋਈ ਕੁਤਾਹੀ ਕਰਦਾ ਹੈ ਤੇ ਉਹ ਮਾੜੀ ਗੱਲ ਹੈ। ਹੁਣ ਗੱਲ ਇਹ ਹੈ ਕਿ ਜ਼ਮਾਨਤ ਤੇ ਉਸ ਵਿਅਕਤੀ ਦੀ ਜ਼ਮਾਨਤ ਦੀ ਅਰਜ਼ੀ ਤੇ ਰੱਦ ਹੋ ਗਈ ਜੀ, ਪਰ ਕੀ ਇਸ ਮੁੱਦੇ ਨੂੰ ਬੇਸ ਬਣਾ ਕੇ ਅਦਾਲਤ ਦੇ ਇਸ ਕਮੈਂਟ ਤੋਂ ਬਾਅਦ ਕੀ ਗਾਂਹ ਵਾਸਤੇ ਦਸਤਾਰ ਦੀ ਇਸ ਤਰ੍ਹਾਂ ਬੇਅਦਬੀ ਕਰਨ ਵਾਲੇ ਜਾਂ ਉਸ ਨੂੰ ਸੋਸ਼ਲ ਮੀਡੀਆ ਤੇ ਪ੍ਰਦਰਸ਼ਿਤ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕੋਈ ਕਾਰਵਾਈ ਹੋ ਸਕੇਗੀ ਜੀ? ਮੈਂ ਤੁਹਾਨੂੰ ਇੱਕ ਕੇਸ ਯਾਦ ਦਿਵਾਉਣਾ ਚਾਹੁੰਦਾ, ਮੈਂ ਨਾਮ ਨਹੀਂ ਕਿਸੇ ਦਾ ਲਵਾਂਗਾ। ਕੁਝ ਸਾਲ ਪਹਿਲਾਂ ਇੱਕ ਪੰਜਾਬ ਦੇ ਵਿੱਚ ਇੱਕ ਮੁਜ਼ਾਹਰਾਕਾਰੀ ਇੱਕ ਸਮੂਹ ਹੈ, ਇੱਕ ਜਗ੍ਹਾ ਤੇ ਮੁਜ਼ਾਹਰਾ ਕਰ ਰਹੇ ਨੇ। ਇੱਕ ਉਸ ਦੇ ਵਿੱਚ ਸਾਬਤ ਸੂਰਤ ਸਰਦਾਰ ਨੌਜਵਾਨ ਹੈ, ਦਸਤਾਰ ਉਸ ਦੇ ਸਿਰ ਤੇ ਹੈ। ਉਸ ਨੂੰ ਕੁਝ ਪੁਲਿਸ ਵਾਲੇ ਫੜ ਕੇ ਧਰਨੇ ਵਾਲੀ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲੈ ਕੇ ਜਾ ਰਹੇ ਨੇ। ਸ਼ਾਇਦ ਉਹ ਫਾਰਮਾਸਿਸਟ ਸੀ, ਜੇ ਮੈਂ ਗਲਤ ਨਹੀਂ ਤਾਂ ਜੀ। ਤੇ ਇੱਕ ਪੁਲਿਸ ਥਾਣੇਦਾਰ ਜਿਹੜਾ ਹੈ ਪੁਲਿਸ ਦਾ, ਉਹ ਕਹਿੰਦਾ ਕਿ ਪੱਗ ਲਾ ਇਹਦੀ। ਉਹ ਪੱਗ ਨੂੰ ਹੱਥ ਪਾਉਂਦਾ ਹੈ ਤੇ ਪੱਗ ਲਾ ਕੇ ਉਹਦੀ ਥੱਲੇ ਸੁੱਟ ਦਿੰਦਾ ਹੈ ਜਾਂ ਹੱਥ ਵਿੱਚ ਫੜ ਲੈਂਦਾ ਤੇ ਉਹ ਨੰਗੇ ਸਿਰ ਉਸ ਨੂੰ ਲੈ ਕੇ ਜਾਂਦੇ ਨੇ। ਕੀ ਇਸ ਮਾਨਯੋਗ ਅਦਾਲਤ ਦੀ ਇਸ
ਨੁਕਤੇ ਨਜ਼ਰ ਨੂੰ, ਇਸ ਬਿਆਨ ਨੂੰ, ਇਸ ਉਹਨਾਂ ਦਾ ਜਿਹੜਾ ਇੱਕ ਪੁਆਇੰਟ ਨੂੰ ਕੀ ਉਸ ਪੁਰਾਣੇ ਕੇਸ ਤੇ ਵੀ ਲਾਗੂ ਕੀਤਾ ਜਾ ਸਕਦਾ ਹੈ? ਉਹ ਵੀ ਸਾਰਿਆਂ ਨੇ ਦੇਖੀ ਸੀ। ਬਿਲਕੁਲ। ਔਰ ਭਾਵੇਂ ਕਿ ਅਪਲੋਡ ਕਰਨਾ ਇਸ ਦੇ ਵਿੱਚ ਇੱਕ ਹੋਰ ਚੀਜ਼ ਹੈ, ਤੇ ਹੁਣ ਦਸਤਾਰ ਦੀ ਬੇਅਦਬੀ ਜਿਹੜੀ ਹੈ ਇਸ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਹੈ, ਪਰ ਮੈਂ ਇਹ ਅਦਾਲਤ ਨੇ ਜੋ ਕੀਤਾ ਇਸ ਨੂੰ ਲੰਬੇ ਸਮੇਂ 'ਚ ਦੇਖਣਾ ਪਏਗਾ ਕਿ ਗਾਂ ਕੋਈ ਕਿੱਧਰ ਨੂੰ ਲੈ ਕੇ ਜਾਂਦਾ ਇਸ ਗੱਲ ਵੱਲ ਨੂੰ, ਤੇ ਕਿੰਨੇ ਕੁ ਕੇਸਾਂ ਦੀ ਪੈਰਵਾਈ ਆਉਣ ਵਾਲੇ ਸਮੇਂ ਵਿੱਚ ਇਸ ਆਧਾਰ ਤੇ, ਇਸ ਬੇਸਿਸ ਤੇ ਹੁੰਦੀ ਹੈ ਜੀ। ਪਰ ਇੱਕ ਗੱਲ ਕਰਦੇ ਆ, ਉਹ ਇਹ ਹੈ ਕਿ ਸਾਨੂੰ ਸੋਸ਼ਲ ਮੀਡੀਆ ਦਾ ਜਿਹੜਾ ਭੂਤ ਸਵਾਰ ਹੋਇਆ ਹੈ ਕਿ ਜੋ ਨਾ ਸੋ ਅਸੀਂ ਦੇਖਦੇ ਹਾਂ, ਅਸੀਂ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਬੈਠ ਜਾਂਦੇ ਹਾਂ। ਬਿਲਕੁਲ। ਇੱਥੋਂ ਤੱਕ ਕਿ ਜਦੋਂ ਕੋਈ ਐਕਸੀਡੈਂਟ ਹੁੰਦਾ ਹੈ, ਠੀਕ ਹੈ, ਬਹੁਤ ਵਾਰੀ ਇਹੋ ਜਿਹੇ ਐਕਸੀਡੈਂਟ ਹੁੰਦੇ ਨੇ ਜਿੱਥੇ ਅਸੀਂ ਪਹੁੰਚਣ ਵਾਲੇ ਪਹਿਲੇ 2-4 ਵਿਅਕਤੀਆਂ ਦੇ ਵਿੱਚੋਂ ਹੁੰਦੇ ਆ। ਸੜਕ ਤੇ ਇੱਕ ਐਕਸੀਡੈਂਟ, ਸਾਨੂੰ ਇਸ ਨਾਲੋਂ ਪਹਿਲਾਂ ਕਿ ਅਸੀਂ ਉਹਨਾਂ ਦੇ ਜਿਹੜੇ ਉੱਥੇ ਮੌਜੂਦ ਵਿਅਕਤੀ ਨੇ ਉਹਨਾਂ ਦੇ ਠੀਕ ਠਾਕ ਹੋਣ ਨੂੰ ਦੇਖੀਏ, ਉਹਨਾਂ ਦਾ ਕੋਈ ਇੰਤਜ਼ਾਮ ਕਰੀਏ, ਅਸੀਂ ਉੱਥੇ ਤਮਾਸ਼ਾ ਦੇਖਣ ਵਾਲਾ ਜ਼ਿਆਦਾ ਮਾਹੌਲ ਪੈਦਾ ਕਰਦੇ ਹਾਂ। ਬਿਲਕੁਲ। ਤੇ ਉੱਥੇ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੰਦੇ ਆ। ਸਾਨੂੰ ਇਹ ਵੀ ਨਹੀਂ ਪਤਾ ਕਿ ਮ੍ਰਿਤਕ ਵਿਅਕਤੀਆਂ ਦੇ ਚਿਹਰੇ ਦਿਖਾਉਣੇ ਜਾਂ ਸੱਟਾਂ ਵਿਖਾਉਣੀਆਂ ਜਾਂ ਉਹਨਾਂ ਦੀ ਬੁਰੀ ਹਾਲਤ ਨੂੰ ਇਸ ਤਰ੍ਹਾਂ ਦਿਖਾਉਣਾ, ਇਹ ਜਾਇਜ਼ ਨਹੀਂ ਮੰਨਿਆ ਜਾਂਦਾ ਦੁਨੀਆ ਦੇ ਵਿੱਚ। ਇਸ ਨੂੰ ਸਹੀ ਨਹੀਂ, ਗ੍ਰਾਫਿਕ ਨੇਚਰ ਹੈ, ਇਸ ਨੂੰ ਅਵੋਇਡ ਕਰੀਏ। ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੇ ਵੀਡੀਓਜ਼ ਜਿਹੜੇ ਨੇ ਸੋਸ਼ਲ ਮੀਡੀਆ ਤੇ ਲੋਡ ਫੋਟੋਆਂ ਹੋਈਆਂ ਨੇ। ਸੋਸ਼ਲ ਮੀਡੀਆ ਆਪਰੇਟਰਸ ਦਾ ਵਰਲਡ ਵਾਈਡ ਇਹ ਕਹਿਣਾ ਕਿ ਭਾਰਤ ਵਿੱਚ ਫੇਸਬੁੱਕ ਇਸ ਮਾਮਲੇ ਦੇ ਵਿੱਚ ਫੇਲ ਹੋਇਆ ਕਿ ਉਹਨਾਂ ਨੇ ਕੰਟਰੋਲ ਨਹੀਂ ਕਰ ਸਕੇ ਕਿ ਇਸ ਤਰ੍ਹਾਂ ਲੋਕਾਂ ਨੂੰ ਜਿਹੜਾ ਹੈ ਥੋੜੀ ਬਹੁਤੀ ਕੋਈ ਮਾਣ ਮਰਿਆਦਾ ਰੱਖਣੀ ਚਾਹੀਦੀ ਹੈ। ਇਹ ਫੋਟੋਆਂ ਪਾ ਦੇਣੀਆਂ ਕਿਸੇ ਦੀਆਂ, ਕਿਸੇ ਦੇ ਜ਼ਖਮੀ ਹੋਣ ਦੀਆਂ, ਕਿਸੇ ਦੇ ਮ੍ਰਿਤਕ ਵਿਅਕਤੀ ਦੇ ਚਿਹਰੇ ਦੀਆਂ, ਹੋਰ ਸਾਰੀਆਂ ਚੀਜ਼ਾਂ, ਇਹਨਾਂ ਗੱਲਾਂ ਨੂੰ ਅਵੋਇਡ ਕਰੀਏ। ਇਹ ਇੱਕ ਸੋਸ਼ਲ ਮੀਡੀਆ ਦਾ ਇੱਕ ਆਪਣਾ ਕਲਚਰ ਹੈ, ਇਸ ਦੇ ਨਿਯਮ ਸਿੱਖੀਏ ਤੇ ਇਹਦੇ ਨਿਯਮਾਂ ਤੋਂ ਜਾਣੂ ਹੋਈਏ। ਅਦਾਲਤਾਂ ਨੂੰ, ਪੰਜਾਬ ਭਾਰਤ ਦੀਆਂ ਨੂੰ ਇਸ ਮਾਮਲੇ ਦੇ ਵਿੱਚ ਸਖਤ ਸਟੈਂਡ ਆਉਣ ਵਾਲੇ ਦਿਨਾਂ ਦੇ ਵਿੱਚ ਲੈਣੇ ਪੈਣਗੇ, ਨਹੀਂ ਤੇ ਇਹ ਇੱਕ ਬੇਮੁਹਾਰਾ ਜਿਹਾ ਇੱਕ ਹਥਿਆਰ ਸਾਡੇ ਹੱਥ ਦੇ ਵਿੱਚ ਆ ਗਿਆ ਹੈ। ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕੀ ਪੋਸਟ ਕਰਨ ਜਾ ਰਹੇ ਹਾਂ, ਕਿਹਦੀ ਫੋਟੋ ਪਾ ਰਹੇ ਹਾਂ, ਕਿਸ ਸੰਦਰਭ ਚ ਪਾ ਰਹੇ ਹਾਂ। ਇਹਨਾਂ ਸਾਰੀਆਂ ਗੱਲਾਂ ਤੇ ਸਾਨੂੰ ਗੌਰ ਕਰਨ ਦੀ ਲੋੜ ਹੈ। ਜੀ ਕੁਲਦੀਪ ਜੀ, ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੋ ਕੁਲਦੀਪ ਜੀ, ਪ੍ਰੋਗਰਾਮ ਨੂੰ ਹੁਣ ਅਸੀਂ ਅੱਗੇ ਵਧਾਉਂਦੇ ਹਾਂ। ਭਾਰਤ ਨੂੰ ਹਮੇਸ਼ਾ ਕਿਹਾ ਜਾਂਦਾ ਹੈ ਕਿ ਇਸ ਦੀ ਅਨੇਕਤਾ ਦੇ ਵਿੱਚ ਏਕਤਾ ਹੈ, ਬਹੁਤ ਪਿਆਰ ਹੈ, ਸਾਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ। ਪਰ ਬੀਤੇ ਕੱਲ ਗੁਰੂਗ੍ਰਾਮ ਦੀ ਜੇ ਅਸੀਂ ਗੱਲ ਕਰੀਏ, ਉੱਥੇ ਜਿੱਥੇ ਹਰ ਵੇਲੇ, ਹਰ ਸਮੇਂ, ਹਰ ਸ਼ੁੱਕਰਵਾਰ ਜੁਮੇ ਦੀ ਨਮਾਜ਼ ਹੈ ਜਿਹੜੀ ਉਹ ਖੁੱਲੇ ਵਿੱਚ ਅਦਾ ਕੀਤੀ ਜਾਂਦੀ ਸੀ, ਤੇ ਉਸ ਜਗ੍ਹਾ ਤੇ ਪੈਰਾ ਲਗਾ ਦਿੱਤਾ ਗਿਆ ਹੈ। ਇਹ ਕਿਹਾ ਗਿਆ ਹੈ ਕਿ ਹੁਣ ਉੱਥੇ ਪੂਜਾ ਹੋਇਆ ਕਰੇਗੀ, ਤੇ ਪੂਜਾ ਹੋਈ ਵੀ, ਕਪਿਲ ਮਿਸ਼ਰਾ ਵੀ ਗਏ। ਕੀ ਕਹਿਣਾ ਚਾਹੋਗੇ ਇਸ ਸਾਰੀ ਘਟਨਾ ਨੂੰ ਲੈ ਕੇ? ਕਪਿਲ ਮਿਸ਼ਰਾ ਦੀ ਗੱਲ ਤੇ ਚਲੋ ਉਹ ਗਏ ਨੇ, ਆਪਾਂ ਬਹੁਤੀ ਨਾ ਕਰੀਏ ਜੀ। ਜਿੱਥੇ ਕਪਿਲ ਮਿਸ਼ਰਾ ਦਾ ਨਾਮ ਆਉਂਦਾ ਫਿਰ ਬਹੁਤੇ ਲੋਕ ਸਮਝ ਜਾਣਗੇ, ਸਾਡੇ ਦਰਸ਼ਕ ਸਿਆਣੇ ਨੇ ਜੀ, ਕਿ ਕਿਸ ਪੱਧਰ ਦੀ ਗੱਲ ਹੈ। ਗੁਰੂਗ੍ਰਾਮ ਤੁਸੀਂ ਚੰਗਾ ਚੇਤਾ ਕਰਾਇਆ ਕਿ ਉਸ ਦਾ ਨਾਮ ਜਿਹੜਾ ਹੁਣ ਗੁਰੂਗ੍ਰਾਮ ਹੈ ਜੀ। ਗੁਰੂਆਂ ਵਾਲੀ ਗੱਲ ਕੋਈ ਨਹੀਂ। ਜਿਹੜੀ ਅਨੇਕਤਾ ਚ ਏਕਤਾ ਦੀ ਵੀ ਤੁਸੀਂ ਗੱਲ ਕੀਤੀ ਹੈ ਜੀ, ਉਹ ਵੀ ਹੌਲੀ ਹੌਲੀ ਖਤਮ ਹੋ ਰਹੀ ਹੈ। ਬਿਲਕੁਲ। ਜੇ ਸਹੀ ਮਾਇਨੇ ਦੇ ਵਿੱਚ ਪੁੱਛੋ ਜੀ, ਤੇ ਭਾਰਤ ਦੇ ਵਿੱਚ ਗਰੀਬੀ ਹੈ, ਮੈਲ ਨਿਊਟ੍ਰੀਸ਼ਨ ਵੀ ਹੈ, ਭੁੱਖਮਰੀ ਵੀ ਹੈ, ਔਰ ਇੱਥੇ ਬੇਰੁਜ਼ਗਾਰੀ ਵੀ ਹੈ, ਸਭ ਕੁਝ ਹੈ। ਬਿਲਕੁਲ। ਜੇ ਸਾਡੀ ਕਿਸੇ ਇੱਕ ਗੱਲ ਦੀ ਮਿਸਾਲ ਦੁਨੀਆ ਦੇ ਵਿੱਚ ਦਿੱਤੀ ਜਾਂਦੀ ਸੀ ਤੇ ਉਹ ਇਹੋ ਹੀ ਸੀ। ਬਿਲਕੁਲ। ਹੁਣ ਇਹਨੂੰ ਅਸੀਂ ਕਿਸ ਹੱਦ ਤੱਕ ਅਸੀਂ ਲੈ ਕੇ ਜਾ ਰਹੇ ਹਾਂ ਜੀ, ਇਸ ਦੀਆਂ ਉਦਾਹਰਨਾਂ ਦੇ ਵਿੱਚੋਂ ਜਿੰਨੀਆਂ ਆ ਰਹੀਆਂ ਨੇ, ਮੌਬ ਲਿੰਚਿੰਗ ਦੀਆਂ ਘਟਨਾਵਾਂ ਪਿਛਲੇ ਦਿਨਾਂ ਵਿੱਚ ਬਹੁਤ ਆਈਆਂ ਨੇ। ਬਿਲਕੁਲ। ਭੀੜ ਤੰਤਰ ਬਣਦਾ ਜਾ ਰਹੇ ਹਾਂ ਅਸੀਂ। ਪੰਜਾਬ ਦੇ ਵਿੱਚ ਵੀ ਤੁਸੀਂ ਦੇਖ ਲਓ ਜੀ, ਜੇ ਇੱਕ ਧਰਮ ਵਾਲੇ ਨੇ ਕੋਈ ਇੱਕ ਕੰਮ ਸ਼ੁਰੂ ਕੀਤਾ ਹੈ ਤਾਂ ਦੂਸਰੇ ਤੀਸਰੇ ਨੇ, ਮੈਂ ਨਾਮ ਕਿਸੇ ਦਾ ਨਹੀਂ ਲਵਾਂਗਾ, ਬਿਲਕੁਲ, ਉਹ ਵੀ ਔਖੇ ਹੋ ਕੇ ਸ਼ੁਰੂ ਕਰਨਾ ਹੈ। ਜੇ ਕਿਸੇ ਨੇ ਇੱਕ ਤੌਰ ਤਰੀਕਾ ਪੂਜਾ ਦਾ ਜਾਂ ਪਾਠ ਦਾ ਜਾਂ ਕੋਈ ਹੋਰ ਅਪਣਾਇਆ, ਜਾਂ ਕੋਈ ਇਮਾਰਤ ਦੀ ਉਸਾਰੀ ਕੀਤੀ ਹੈ ਜਾਂ ਕਰਵਾਈ ਹੈ, ਦੂਸਰਾ ਫਿਰ ਉਸੇ ਦਿਨ ਤੋਂ ਸੋਚਣ ਲੱਗ ਜਾਂਦਾ ਕਿ ਹੁਣ ਜਿੰਨੀ ਦੇਰ ਤੱਕ ਕਰ ਨਹੀਂ ਲੈਂਦੇ ਇਸ ਤਰ੍ਹਾਂ ਦਾ ਬਰਾਬਰ ਕੰਮ, ਸਾਹ ਨਹੀਂ ਲੈਣਾ। ਮਾਨਵਤਾ ਦਾ ਸੰਦੇਸ਼ ਜਿਹੜਾ ਹੈ ਹੌਲੀ ਹੌਲੀ ਗੁਆਚ ਰਿਹਾ। ਗੁਰੂਗ੍ਰਾਮ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਹ ਕਾਫੀ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਕੁਝ ਖੁੱਲ੍ਹੇ ਥਾਵਾਂ ਤੇ ਮੁਸਲਿਮ ਭਾਈਚਾਰੇ ਨੂੰ ਜੁਮੇ ਦੀ ਨਮਾਜ਼ ਜਿਹੜੀ ਹੈ ਸ਼ੁੱਕਰਵਾਰ ਨੂੰ ਅਦਾ ਕਰਨ ਦੀ ਆਗਿਆ ਮਿਲੀ ਹੋਈ ਹੈ ਜੀ। ਉਹ ਕੁਝ
ਜਿਹੜੇ ਉੱਥੇ ਪ੍ਰਸ਼ਾਸਨ ਹੈ ਉਹਨਾਂ ਨੇ 37 ਥਾਵਾਂ ਨੂੰ ਜੀ ਆਇਡੈਂਟੀਫਾਈ ਕੀਤਾ ਹੋਇਆ ਕਿ ਤੁਸੀਂ ਇੱਥੇ ਜੁਮੇ ਨੂੰ ਖੁੱਲ੍ਹੇ ਦੇ ਵਿੱਚ ਨਮਾਜ਼ ਪੜ੍ਹ ਸਕਦੇ ਹੋ, ਪੜ੍ਹਾ ਸਕਦੇ ਹੋ। ਕੁਛ ਮਿੰਟਾਂ ਦੀ ਗੱਲ ਹੁੰਦੀ ਹੈ। ਹੁਣ ਤੁਹਾਨੂੰ ਯਾਦ ਹੋਵੇਗਾ ਕਿ ਸਾਧਵੀ ਪ੍ਰਾਗਿਆ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ ਇੱਕ ਸਕੂਲ ਦੇ ਵਿੱਚ ਪਹੁੰਚ ਗਏ ਜੀ ਤੇ ਜਾ ਕੇ ਸਕੂਲ ਦੇ ਪ੍ਰਿੰਸੀਪਲ ਨੂੰ ਘੇਰ ਲਿਆ। ਤੈਨੂੰ ਨਹੀਂ ਪਤਾ ਇੱਥੇ ਨਮਾਜ਼ ਕੌਣ ਆਉਂਦਾ ਪੜ੍ਹਨ, ਇੱਥੇ ਕਿਹਨੂੰ ਪੁੱਛ ਕੇ ਨਮਾਜ਼ ਪੜ੍ਹਾਈ ਜਾਂਦੀ ਹੈ? ਉਹ ਕਹਿੰਦੇ ਜੀ ਇੱਥੇ ਤੇ ਬਹੁਤ ਦਹਾਕਿਆਂ ਤੋਂ ਨਮਾਜ਼ ਪੜ੍ਹਾਈ ਜਾਂਦੀ ਸੀ, ਇੱਥੇ ਜਗ੍ਹਾ ਸੀ ਨਮਾਜ਼ ਪੜ੍ਹਨ ਵਾਲੀ। ਉਹ ਮਸਜਿਦ ਹੁਣ ਜਦੋਂ ਸਕੂਲ ਦੀ ਬਾਉਂਡਰੀ ਵੱਡੀ ਕੀਤੀ ਗਈ ਹੈ, ਜਗ੍ਹਾ ਉਸ ਦੇ ਵਿੱਚੋਂ ਵਿੱਚ ਹੈ ਤੇ ਮੈਂ ਕਿਸੇ ਨੂੰ ਰੋਕਦਾ ਨਹੀਂ। ਸਕੂਲ ਦਾ ਗੇਟ ਇੱਧਰ ਹੈ, ਉਹ ਪਿਛਲੇ ਪਾਸੇ ਕੰਧ ਹੈ, ਉੱਧਰ ਗੇਟ ਲੱਗਾ ਹੋਇਆ, ਉੱਧਰੋਂ ਪੜ੍ਹ ਕੇ ਵਾਪਸ ਨਿਕਲ ਜਾਂਦੇ ਨੇ। ਸਾਧਵੀ ਪ੍ਰਾਗਿਆ ਨੇ ਉਸ ਦਾ ਜਿਹੜਾ ਸੀ, ਜਿਵੇਂ ਕਿ ਸਾਧਵੀ ਪ੍ਰਾਗਿਆ ਦਾ ਰਿਕਾਰਡ ਹੈ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਉਹ ਕਿਸ ਦੇ ਹੱਕ ਵਿੱਚ ਤੇ ਕਿਸ ਦੇ ਵਿਰੁੱਧ ਵਿੱਚ ਹੈ। ਬਿਲਕੁਲ। ਪਰ ਸਾਧਵੀ ਪ੍ਰਾਗਿਆ ਨੇ ਉਸ ਚੀਜ਼ ਦੀ ਵੀਡੀਓਗ੍ਰਾਫੀ ਵੀ ਕੀਤੀ ਤੇ ਉਸ ਪ੍ਰਿੰਸੀਪਲ ਦੀ ਸ਼ਿਕਾਇਤ ਹੋਈ ਹੈ। ਚਲੋ ਵਾਪਸ ਆਉਂਦੇ ਗੁਰੂਗ੍ਰਾਮ। ਗੁਰੂਗ੍ਰਾਮ ਦੁਨੀਆ ਦੇ ਵਿੱਚ ਸਾਨੂੰ ਜੋ ਇੱਕ ਫੇਸ ਹੈ ਭਾਰਤ ਦਾ, ਜਿਵੇਂ ਬੰਗਲੌਰ ਨੂੰ IT ਹੱਬ ਕਹਿ ਦਿੰਦੇ ਆ, ਬਿਲਕੁਲ। ਜਿਹੜੀ ਬਾਲੀਵੁੱਡ ਹੈ, ਬੰਬੇ ਹੈ, ਮੁੰਬਈ ਹੈ, ਉਹ ਮਾਇਆ ਨਗਰੀ ਹੈ, ਫਿਲਮ ਨਗਰੀ ਹੈ, ਭਾਰਤ ਦੀ ਪਛਾਣ ਹੈ। ਉਹ ਜਿਹੜੀ ਇਕਨੋਮਿਕ ਕੈਪੀਟਲ ਵੀ ਹੈ ਮੁੰਬਈ। ਇਸੇ ਤਰ੍ਹਾਂ ਗੁਰੂਗ੍ਰਾਮ ਦੇ ਵਿੱਚ ਸਾਰੀ ਦੁਨੀਆ ਦੇ ਮਲਟੀਨੈਸ਼ਨਲ ਕੰਪਨੀਆਂ ਦੇ ਵੱਡੇ ਜਿਹੜੇ ਸਕਾਈ ਸਕ੍ਰੈਪਰ ਬਣੇ ਹੋਏ ਨੇ ਜੀ। ਇਸ ਦੀ ਮਿਸਾਲ ਦਿੱਤੀ ਜਾਂਦੀ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਵੀ ਇੱਕ ਸ਼ਹਿਰ ਹੈ ਜਿੱਥੇ ਇੰਨੀ ਤਰੱਕੀ ਹੋਈ ਹੈ। ਤੇ ਇੱਥੇ ਨਾਲ ਇਸ ਦੇ ਵਾਦ ਵਿਵਾਦ ਕਿੰਨੇ ਕੁ ਜੁੜੇ ਹੋਏ ਨੇ, ਕ੍ਰਾਈਮ ਕਿਸ ਤਰ੍ਹਾਂ ਦਾ ਹੁੰਦਾ, ਸਾਰੀਆਂ ਗੱਲਾਂ ਆਉਂਦੀਆਂ ਨੇ। ਅਸੀਂ ਪਰ ਇਸੇ ਤੇ ਧਿਆਨ ਕੇਂਦਰਿਤ ਕਰੀਏ ਕਿ 37 ਥਾਵਾਂ ਤੇ ਜਿਹੜੀ ਇਜਾਜ਼ਤ ਦਿੱਤੀ ਹੋਈ ਸੀ ਪ੍ਰਸ਼ਾਸਨ ਨੇ, ਉਹਨਾਂ ਵਿੱਚੋਂ ਕਈਆਂ ਦੀ ਇਜਾਜ਼ਤ ਵਾਪਸ ਲੈ ਲਈ ਗਈ ਹੈ ਜੀ। ਔਰ ਬਿਨਾਂ ਕਿਸੇ ਨਾਲ ਸਲਾਹ ਕੀਤੇ ਹੋਏ ਇੱਕ ਪਾਸਲਾ ਫੈਸਲਾ ਪ੍ਰਸ਼ਾਸਨ ਨੇ ਲੈ ਕੇ ਜੁਮੇ ਦੀ ਨਮਾਜ਼ ਜਿਸ ਜਗ੍ਹਾ ਤੇ ਪਿਛਲੇ ਦਿਨਾਂ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਅਦਾ ਕੀਤੀ ਹੈ, ਉੱਥੇ ਨਮਾਜ਼ੀਆਂ ਨੂੰ ਤੰਗ ਕਰਨ ਵਾਸਤੇ ਪਿਛਲੇ ਦਿਨਾਂ ਵਿੱਚ ਜਦੋਂ ਨਮਾਜ਼ ਪੜ੍ਹ ਰਹੇ ਸਨ ਤੇ ਦੂਸਰੇ ਭਾਈਚਾਰੇ ਦੇ ਕੁਝ ਆਗੂ ਉੱਥੇ ਆ ਗਏ ਤੇ ਉਹਨਾਂ ਦੇ ਸਾਹਮਣੇ ਉੱਥੇ ਹੋਰ ਜਿਹੜੇ ਸੀ ਭਜਨ ਵਗੈਰਾ ਲਾ ਦਿੱਤੇ ਤੇ ਸਪੀਕਰਾਂ ਦੇ ਵਿੱਚ ਉਹਨਾਂ ਨੂੰ ਬੌਦਰ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਆ ਕੇ ਬਚ ਬਚਾ ਕੀਤਾ। ਖੈਰ ਬਚ ਬਚਾ ਰਿਹਾ, ਇਹੋ ਹੀ ਸਾਡੇ ਪੱਲੇ ਹੁਣ ਤੱਕ ਪਿਆ ਹੈ ਕਿ ਉੱਥੇ ਅਜੇ ਤੱਕ ਸ਼ਾਂਤੀ ਹੈ, ਅਜੇ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ। ਜਦਕਿ ਭਾਈਚਾਰੇ ਦੇ ਲੋਕਾਂ ਦਾ ਉਦੋਂ ਕਹਿਣਾ ਸੀ ਕਿ ਜੇ ਬਾਹਰਲੇ ਆਗੂ ਆ ਕੇ ਇੱਥੇ ਦੇ ਲੋਕਾਂ ਨੂੰ ਭੜਕਾਉਂਦੇ ਰਹੇ ਤੇ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਰਹੇ ਕਿ ਇਸ ਤਰ੍ਹਾਂ ਲੋਕਾਂ ਨੂੰ ਰੋਕੋ, ਤੇ ਉਹ ਦਿਨ ਦੂਰ ਨਹੀਂ ਜਦੋਂ ਇੱਥੇ ਕੁਝ ਨਾ ਕੁਝ ਅਣਸੁਖਾਵੀ ਘਟਨਾ ਵਾਪਰੇਗੀ। ਜਿਸ ਜਗ੍ਹਾ ਤੇ ਨਮਾਜ਼ ਹੋਣੀ ਸੀ ਉੱਥੇ ਹੁਣ ਵੱਡੀ ਇੱਕ ਗੋਵਰਧਨ ਪੂਜਾ ਜਿਹੜੀ ਹੈ ਉਹ ਕਰਵਾਈ ਗਈ ਹੈ। ਉਸ ਜਗ੍ਹਾ ਤੇ 4 ਤੋਂ 5 ਹਜ਼ਾਰ ਦੱਸੇ ਜਾਂਦੇ ਨੇ ਕਿ ਲੋਕ ਜਿਹੜੇ ਨੇ ਹਿੰਦੂ ਭਾਈਚਾਰੇ ਦੇ ਇਕੱਤਰ ਹੋਏ ਨੇ ਤੇ ਨਮਾਜ਼ ਉੱਥੇ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਹਨਾਂ ਵੱਲੋਂ ਵੀ, ਮੁਸਲਿਮ ਭਾਈਚਾਰੇ ਵੱਲੋਂ ਵੀ ਆਪਣੀ ਕੁਝ ਮੀਟਿੰਗਾਂ ਵਗੈਰਾ ਕੀਤੀਆਂ ਗਈਆਂ ਨੇ ਤੇ ਪ੍ਰਸ਼ਾਸਨ ਨਾਲ ਇੰਨੀ ਕੋਈ ਚੰਗੀ ਗੱਲ ਦੱਸੀ ਜਾਂਦੀ ਹੈ ਕਿ ਇੱਕ ਕਮੇਟੀ ਬਣਾਈ ਹੈ ਪ੍ਰਸ਼ਾਸਨ ਨੇ, ਜਿਸ ਵਿੱਚ ਮੁਸਲਿਮ ਭਾਈਚਾਰੇ ਦੇ ਵੀ ਲੋਕ ਸ਼ਾਮਲ ਨੇ ਤੇ ਹਿੰਦੂ ਭਾਈਚਾਰੇ ਦੇ ਵੀ ਨੇ, ਜਿਨ੍ਹਾਂ ਨੇ ਕਿਹਾ ਕਿ ਅਸੀਂ ਸਾਂਝੇ ਤੌਰ ਤੇ ਕੋਈ ਆਪਣੇ ਤੌਰ ਤੇ ਕੋਈ ਫੈਸਲਾ ਕਰਕੇ ਕੁਝ ਜਗ੍ਹਾ ਨੂੰ ਡੈਜ਼ਿਗਨੇਟ ਕਰ ਲਵਾਂਗੇ। ਇਸ ਤਰ੍ਹਾਂ ਦੇ ਟਕਰਾਅ ਦੇ ਵਿੱਚ ਸਰਕਾਰ ਦੇ ਬੰਦਿਆਂ ਦਾ ਆਉਣਾ ਔਰ ਇੱਕ ਸੰਸਥਾ ਹੈ ਸੰਯੁਕਤ ਹਿੰਦੂ ਸੰਘਰਸ਼ ਸਮਿਤੀ, ਜਿਸ ਵਿੱਚ ਸ਼ਿਵ ਸੈਨਾ ਦੇ ਬੰਦੇ ਵੀ ਨੇ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵੀ ਨੇ, ਬਜਰੰਗ ਦਲ ਦੇ ਵੀ ਨੇ, ਜਿਸ ਵਿੱਚ ਘੱਟੋ ਘੱਟ 23-24 ਜਿਹੜੀਆਂ ਹਿੰਦੂ ਭਾਈਚਾਰੇ ਦੀਆਂ ਸੰਸਥਾਵਾਂ ਨੇ ਉਹਨਾਂ ਦੇ ਲੋਕ ਸ਼ਾਮਲ ਨੇ। ਜਿਵੇਂ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਨੇ ਬਣਾਇਆ ਹੋਇਆ, ਇਸ ਤਰ੍ਹਾਂ ਦੀ ਇੱਕ ਸੰਸਥਾ ਹੈ। ਉਹਨਾਂ ਵੱਲੋਂ ਕਪਿਲ ਮਿਸ਼ਰਾ ਜਿਨ੍ਹਾਂ ਦੀ ਅਗਵਾਈ ਕਰਦੇ ਨੇ, ਸ਼ਿਕਾਇਤਾਂ ਪੁਲਿਸ ਨੂੰ ਕਦੇ ਹੁੰਦੀਆਂ ਨੇ ਤੇ ਪੁਲਿਸ ਵਾਲੇ ਕਹਿੰਦੇ ਸਾਡੇ ਕੋਲ ਕੋਈ ਸ਼ਿਕਾਇਤ ਪਹੁੰਚਦੀ ਨਹੀਂ, ਕਿਸੇ ਨੂੰ ਮਾਰਿਆ ਕੁੱਟਿਆ ਵੀ ਜਾਂਦਾ ਹੈ ਜਾਂ ਧੱਕੇ ਨਾਲ ਉੱਥੋਂ ਕੱਢਿਆ ਵੀ ਜਾਂਦਾ ਹੈ। ਪੁਲਿਸ ਦੀ ਜਿਹੜੀ ਭੂਮਿਕਾ ਵੀ ਇਸ ਮਾਮਲੇ ਵਿੱਚ ਸ਼ੱਕੀ ਹੈ, ਪਰ ਇਸ ਮਾਮਲੇ ਦੇ ਵਿੱਚ ਸਰਕਾਰ ਕੋਈ ਅਕਲ ਤੋਂ ਕੰਮ ਲਵੇ ਤੇ ਜਲਦੀ ਕੋਈ ਇਸ ਦਾ ਕੋਈ ਠੋਸ ਹੱਲ ਜਿਹੜਾ ਕੱਢਿਆ ਜਾਵੇ ਤਾਂ ਕਿ ਭਾਈਚਾਰੇ ਦੇ ਵਿੱਚ ਦਰਾੜ ਨਾ ਪਵੇ। ਦੁਨੀਆ ਨੂੰ ਮੂੰਹ ਵੀ ਵਿਖਾਉਣਾ ਹੈ, ਬਾਕੀ ਜੋ ਕਰਨਾ ਹੈ ਸਾਡੀਆਂ ਸਰਕਾਰਾਂ ਨੇ ਤੇ ਸਾਡੇ ਜਿਹੜੀ ਇਹੋ ਜਿਹੀਆਂ ਸੰਸਥਾਵਾਂ ਨੇ ਉਹਨਾਂ ਨੇ ਤਾਂ ਆਪਣਾ ਕੰਮ ਕਰਦੇ ਜਾਣਾ। ਜੀ ਕੁਲਦੀਪ ਜੀ, ਉਂਝ ਕਿਹਾ ਜਾਂਦਾ ਹੈ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ बैर रखना, ਪਰ ਫਿਰ ਵੀ ਕਿਧਰੇ ਨਾ ਕਿਧਰੇ ਜਾ ਕੇ ਜਿਹੜੀ ਸਰਕਾਰ ਦੀ ਜਿਹੜੀ ਸਾਡੀ ਇਸ ਵੇਲੇ ਪਾਲਿਸੀ ਚੱਲ ਰਹੀ ਹੈ ਰਾਸ਼ਟਰਵਾਦ ਦੀ, ਉਹ ਸਾਨੂੰ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਇਹੋ ਜਿਹੀ ਵਾਪਰਦੀ ਹੈ ਜਿੱਥੇ ਸਾਨੂੰ ਉਹ ਦੇਖਣ ਨੂੰ ਮਿਲਦੀ ਹੈ। ਸੋ ਕੁਲਦੀਪ ਜੀ, ਹੁਣ ਜੇ ਅਸੀਂ ਧਰਮ ਤੋਂ, ਰਾਜਨੀਤੀ ਤੋਂ ਪਿੱਛੇ ਹਟ ਕੇ ਅਸੀਂ ਜੇ ਗੱਲ ਕਰੀਏ ਪੈਸੇ ਦੀ, ਹਾਈ ਪੈਸਾ ਅੰਬਾਨੀਆਂ ਦੀ, ਕਿ ਅੰਬਾਨੀ ਸਾਹਿਬ ਨੇ ਹੁਣ ਇੱਕ ਵਿਲਾ ਖਰੀਦ ਲਿਆ ਹੈ UK ਦੇ ਵਿੱਚ 592 ਕਰੋੜ ਦਾ। ਹਾਲਾਂਕਿ ਜਿਹੜਾ ਇੱਥੇ ਮੁੰਬਈ ਦੇ ਵਿੱਚ ਉਹਨਾਂ ਦਾ ਘਰ ਹੈ ਉਹਦੇ ਬਾਰੇ ਵੀ ਸਾਰੇ ਇਹ ਕਹਿੰਦੇ ਨੇ ਕਿ ਬਹੁਤ ਹੀ ਆਲੀਸ਼ਾਨ ਘਰ ਹੈ ਔਰ ਉਹ ਕਿਸੇ ਕੋਲ ਇਹੋ ਜਿਹਾ ਹੋਣਾ ਨਹੀਂ, ਪਰ ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਨੂੰ ਉਹ ਛੋਟਾ ਲੱਗ ਰਿਹਾ ਸੀ ਜਾਂ ਕੀ ਉਹਨਾਂ ਨੂੰ ਕਮੀ ਮਹਿਸੂਸ ਹੋਈ ਕਿ ਜਾ ਕੇ ਉਹਨਾਂ ਨੇ UK ਦੇ ਵਿੱਚ 592 ਕਰੋੜ ਰੁਪਏ ਦਾ ਘਰ ਖਰੀਦਿਆ। ਜੀ,
ਦੇਖੋ ਗੱਲ ਇਹ ਹੈ ਜੀ, ਜਿਹੜਾ ਤੁਸੀਂ ਉਹਨਾਂ ਦੇ ਪਹਿਲੇ ਘਰ ਦੀ ਗੱਲ ਕੀਤੀ ਹੈ ਜੀ, ਉਹ ਵੀ ਬਹੁਤ ਮਹਿੰਗਾ ਹੈ। ਐਂਟੀਲੀਆ ਬਿਲਕੁਲ ਉਸਦਾ ਨਾਮ ਹੈ। ਐਂਟੀਲੀਆ ਦੀ ਖਾਸ ਗੱਲ ਹੈ ਕਿ ਐਂਟੀਲੀਆ ਵਰਟੀਕਲ ਹੈ, ਉਸਦੀ ਔਨ ਗਰਾਊਂਡ ਸਪੇਸ ਉਨੀ ਖੁੱਲੀ ਨਹੀਂ ਹੈ ਜੀ। ਜਿਹੜਾ ਉਹਦਾ ਬੇਸਿਸ ਹੈ ਉਹ ਥੋੜਾ ਹੈ ਤੇ ਉਸਦੀਆਂ ਮੰਜ਼ਲਾਂ ਬਹੁਤ ਨੇ। ਬਿਲਕੁਲ। ਤੇ ਪਹਿਲੀ ਨਜ਼ਰ ਤੋਂ ਉਸਨੂੰ ਵੇਖਿਆ ਜਾਵੇ ਤੇ ਇੱਕ ਵੱਖਰੀ ਕਿਸਮ ਦਾ ਹੈ, ਖੰਡਰ ਜਿਹਾ ਲੱਗਦਾ ਹੈ ਬਾਹਰੋਂ ਦੇਖਣ ਨੂੰ, ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਇੱਧਰੋਂ ਦੀ ਮਤਲਬ ਉਹ ਬਣਾਈਆਂ ਹੋਈਆਂ ਉਹਨਾਂ ਨੇ। ਹਾਲਾਂਕਿ ਹੈ ਬਹੁਤ ਚਲੋ ਅਤੀ ਆਧੁਨਿਕ ਜਿਹੜੀਆਂ ਬਿਲਕੁਲ ਉਹਨੂੰ ਅਰਥਕੁਇਕ ਪ੍ਰੂਫ ਬਣਾਇਆ ਗਿਆ ਘਰ ਨੂੰ। ਐਕਚੁਅਲੀ ਗੱਲ ਇਹ ਹੈ ਜੀ। ਪਰ ਇਹ ਹੁਣ ਜਿਹੜਾ ਨਵਾਂ ਮਾਰਕਾ ਕੁਝ ਮਹੀਨੇ ਪਹਿਲਾਂ ਮੁਕੇਸ਼ ਅੰਬਾਨੀ ਨੇ ਮਾਰਿਆ ਹੈ, ਉਹਨਾਂ ਨੇ ਇਹ ਬਕਿੰਗਮਸ਼ਾਇਰ ਦੇ ਵਿੱਚ ਜੀ ਇਹਨਾਂ ਨੇ ਇੱਕ ਬਹੁਤ ਮਹਿੰਗੀ ਜਿਹੜੀ ਪ੍ਰਾਪਰਟੀ ਆ ਸਟੋਕ ਪਾਰਕ ਇਸ ਦਾ ਨਾਮ ਹੈ ਜੀ। ਇਹ 592 ਕਰੋੜ ਤੁਸੀਂ ਸਹੀ ਆਖਿਆ, ਜਿਸ ਦੀ ਕੀਮਤ ਤਕਰੀਬਨ ਜਿਹੜੀ ਆ 57 ਮਿਲੀਅਨ ਪਾਉਂਡ ਬਣਦੀ ਹੈ ਜੀ। ਉੱਥੇ ਦੀ ਲੋਕਲ ਕਰੰਸੀ ਦੇ ਵਿੱਚ ਬਹੁਤ ਵੱਡੀ ਕੀਮਤ ਹੈ। ਹੁਣ ਜਿਵੇਂ ਪਹਿਲਾਂ ਦੱਸਿਆ ਕਿ ਐਂਟੀਲੀਆ ਦਾ ਜਿਹੜਾ ਬੇਸਿਸ ਹੈ ਉਹ ਛੋਟਾ ਹੈ, ਇਸ ਦਾ ਬੇਸ ਕੁਛ ਜ਼ਿਆਦਾ ਹੀ ਵੱਡਾ ਹੈ। ਇਹ ਤਕਰੀਬਨ 300 ਏਕੜ ਦੇ ਵਿੱਚ ਹੈ ਜੀ। ਸੋ 300 ਏਕੜ ਬਹੁਤ ਵੱਡੀ ਪ੍ਰਾਪਰਟੀ ਹੁੰਦੀ ਹੈ। ਇਸ ਦੇ ਵਿੱਚ ਬਹੁਤ ਪੁਰਾਣੀ ਪ੍ਰਾਪਰਟੀ ਹੈ। ਇੱਕ ਤਾਂ ਇਹ ਗੱਲ ਇਹ ਹੈ ਕਈ ਕੰਮਾਂ ਲਈ ਇਸ ਨੂੰ ਸਮੇਂ-ਸਮੇਂ ਤੇ ਵਰਤਿਆ ਗਿਆ, ਫਿਰ ਇਸ ਨੂੰ ਪ੍ਰਾਈਵੇਟ ਤੌਰ ਤੇ ਜਿਹੜਾ ਹੈ ਉਹ ਹੁਣ ਵੇਚਿਆ ਖਰੀਦਿਆ ਜਾਂਦਾ ਹੈ। ਇਸ ਪ੍ਰਾਪਰਟੀ ਦੀ ਰੈਨੋਵੇਸ਼ਨ ਵਗੈਰਾ ਹੋ ਰਹੀ ਹੈ। ਇਸ ਦੇ ਵਿੱਚ ਪੁਰਾਣੀਆਂ ਇਤਿਹਾਸਿਕ ਚੀਜ਼ਾਂ ਵੀ ਹਨ, ਛੋਟੀਆਂ ਲੇਕਸ ਵੀ ਹਨ, ਕੁਝ ਗੋਲਫ ਕੋਰਸ ਵੀ ਹੈ ਜੀ। ਔਰ ਇਸ ਦੇ ਵਿੱਚ 49 ਤੋਂ 50 ਦੇ ਕਰੀਬ ਬੈਡਰੂਮ ਨੇ ਜੀ। ਔਰ ਇਸ ਘਰ ਦੇ ਵਿੱਚ ਮੁਕੇਸ਼ ਅੰਬਾਨੀ ਤੇ ਉਹਨਾਂ ਦਾ ਪਰਿਵਾਰ ਜਿਹੜਾ ਹੈ ਇਸ ਨੂੰ ਸੈਕੰਡ ਹੋਮ ਬਣਾਉਣ ਲਈ ਤਿਆਰ ਬੈਠਾ ਜੀ। ਹੁਣ ਇੰਗਲੈਂਡ ਦੇ ਵਿੱਚ ਇੰਨੀ ਵੱਡੀ ਪ੍ਰਾਪਰਟੀ ਖਰੀਦ ਲੈਣੀ ਭਾਰਤ ਦੇ ਕਾਰੋਬਾਰੀ ਵੱਲੋਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਾਰਕਾ ਹੈ। ਬਿਲਕੁਲ। ਪਰ ਦੂਸਰੇ ਪਾਸੇ ਜਿਹੜਾ ਹੈ ਕਿ ਆਖਿਰ ਮੁਕੇਸ਼ ਅੰਬਾਨੀ ਨੂੰ ਕਿੰਨੀ ਜਾਇਦਾਦ ਚਾਹੀਦੀ ਹੈ, ਇਸ ਗੱਲ ਤੇ ਵੀ ਸੋਚਣਾ ਬਣਦਾ ਹੈ। ਬਿਲਕੁਲ। ਜਦੋਂ ਸਾਰਾ ਭਾਰਤ ਜਿਹੜਾ ਹੈ ਉਸਦੀ ਆਰਥਿਕਤਾ ਮੰਦਹਾਲੀ ਦੇ ਨਾਲ ਜੂਝ ਰਹੀ ਹੈ ਔਰ ਮੁਕੇਸ਼ ਅੰਬਾਨੀ ਇਸ ਤਰ੍ਹਾਂ ਵਿਦੇਸ਼ ਦੇ ਵਿੱਚ ਜਾ ਕੇ ਪ੍ਰਾਪਰਟੀ ਖਰੀਦਣਗੇ ਔਰ ਤੇ ਉਹ ਵੀ ਯੂਕੇ ਦੇ ਵਿੱਚ, ਤੇ ਫਿਰ ਯੂਕੇ ਦੇ ਵਿੱਚ ਹੋਰ ਵੀ ਬੜੇ ਲੋਕ ਹਨ ਜਿਹੜੇ ਉੱਥੇ ਵੱਡੀਆਂ ਪ੍ਰਾਪਰਟੀਆਂ ਖਰੀਦ ਕੇ ਬੈਠੇ ਹੋਏ ਨੇ ਜੀ। ਮੈਨੂੰ ਲੱਗਦਾ ਹੈ ਕਿ ਇਹ ਉਹਨਾਂ ਦੀ ਪ੍ਰਾਪਰਟੀ ਜਿਹੜੀ ਹਾਲਾਂਕਿ ਉਹਨੇ ਨਾ ਕਰ ਦਿੱਤੀ ਹੈ ਕਿ ਮੈਂ ਇਸ ਨੂੰ ਇੱਥੇ ਮੂਵ ਨਹੀਂ ਹੋਣਾ ਚਾਹੁੰਦੇ, ਸਿਰਫ ਅਸੀਂ ਸੈਕੰਡ ਹੋਮ ਵਜੋਂ ਇਸ ਨੂੰ ਵਰਤਣਾ ਚਾਹੁੰਦੇ ਹਾਂ, ਪਰ ਬਹੁਤ ਵੱਡੀ ਪ੍ਰਾਪਰਟੀ ਉਹਨਾਂ ਨੇ ਖਰੀਦੀ ਹੈ। ਇਸ ਤੇ ਸਵਾਲ ਜਵਾਬ, ਇਸ ਦੇ ਬਾਰੇ ਦਿਲਚਸਪ ਤੱਥ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਉਂਦੇ ਰਹਿਣਗੇ। ਪਰ ਮੈਂ ਸਮਝਦਾ ਕਿ ਮੁਕੇਸ਼ ਅੰਬਾਨੀ ਨੂੰ ਭਾਰਤ ਦੀ ਆਰਥਿਕਤਾ ਦੇ ਵਿੱਚ ਹੀ ਜਿਹੜਾ ਜ਼ਿਆਦਾ ਯੋਗਦਾਨ ਪਾਉਣ ਦਾ ਸੋਚਣਾ ਚਾਹੀਦਾ ਹੈ। ਜੀ ਜੀ ਬਿਲਕੁਲ ਕੁਲਦੀਪ ਜੀ, ਜੇ ਅਸੀਂ ਸੋਚਦੇ ਹਾਂ, ਜੇ ਅਸੀਂ ਦੇਖਦੇ ਹਾਂ ਤਾਂ ਇੱਕ ਪਾਸੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜੇ ਸਾਡੇ ਕਿਸਾਨ ਨੇ ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਔਰ ਕਿਤੇ ਨਾ ਕਿਤੇ ਇਹ ਰੌਲਾ ਪੈ ਰਿਹਾ ਹੈ ਕਿ ਵੀ ਅੰਬਾਨੀਆਂ ਤੇ ਅਡਾਨੀਆਂ ਨੂੰ ਸਾਰਾ ਦੇਸ਼ ਦਿੱਤਾ ਜਾ ਰਿਹਾ ਹੈ, ਸਾਰਾ ਕੁਝ ਉਹਨਾਂ ਦੇ ਹੱਥਾਂ ਵਿੱਚ ਕਾਰਪੋਰੇਟ ਘਰਾਣਿਆਂ ਦੇ ਵਿੱਚ ਦਿੱਤਾ ਜਾ ਰਿਹਾ ਹੈ। ਸੋ ਜਦੋਂ ਅਸੀਂ ਇਹੋ ਜਿਹੀਆਂ ਖਬਰਾਂ ਸੁਣਦੇ ਹਾਂ ਤਾਂ ਕਿਤੇ ਨਾ ਕਿਤੇ ਜਾ ਕੇ ਲੋਕਾਂ ਦਾ ਇਹ ਜਿਹੜਾ ਵਿਸ਼ਵਾਸ ਹੈ ਉਹ ਪੱਕਾ ਹੁੰਦਾ ਨਜ਼ਰ ਆਉਂਦਾ ਹੈ ਕਿ ਕਿੱਥੇ ਸਾਡੇ ਭਾਰਤ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਜਾਂ ਬਾਕੀ ਸੂਬਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਕੋਲ ਰੋਟੀ, ਕੱਪੜਾ, ਮਕਾਨ ਜਿਹੜੀਆਂ ਕਿ ਬੇਸਿਕ ਨੀਡਸ ਹੈ ਉਹ ਵੀ ਪੂਰੀਆਂ ਨਹੀਂ ਹੋ ਰਹੀਆਂ ਤੇ ਕਿੱਥੇ ਇੱਕ ਵਿਲਾ ਛੱਡ ਕੇ ਦੂਸਰਾ ਵਿਲਾ ਲਿਆ ਜਾ ਰਿਹਾ। ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਸਮੇਂ-ਸਮੇਂ ਤੇ ਆਗਾਹ ਕਰਦੇ ਰਹੀਏ, ਉਹਨਾਂ ਨੂੰ ਸਾਰੀ ਸੱਚਾਈ ਖਬਰਾਂ ਦੀ ਅੰਦਰ ਦੀ ਬਾਹਰ ਦੀ ਦੱਸਦੇ ਰਹੀਏ। ਤੇ ਕੁਲਦੀਪ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਇਸ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਸਤਿ ਸ਼੍ਰੀ ਅਕਾਲ।